करना आम तौर ते ਅਸੀਂ ਕਹਿੰਦੇ ਆ ਕਿ ਹਰ ਜਿਹੜੀ ਕੋਈ ਛੋਟੀ ਟੀਮ ਵਰਕਰਸ ਦੀ ਹੁੰਦੀ ਹੈ ਉਹਨੂੰ ਇੱਕ ਸੁਪਰਵਾਈਜ਼ਰ ਆਮ ਤੌਰ ਤੇ ਇੰਡਸਟਰੀ ਦੀ ਟਰਮ ਹੈ ਕਿ ਅਸੀਂ ਸੁਪਰਵਾਈਜ਼ ਕਰਦੇ ਆ ਔਰ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਕਿ ਟੀਚਰ ਜਿਹੜਾ ਹੈ ਔਰ ਜਿਹੜਾ ਐਲਡਰ ਹੈ ਉਹ ਬੱਚੇ ਨੂੰ ਐਕਟੀਵਿਟੀ ਜਦੋਂ ਇਨਵੋਲਵ ਹੁੰਦਾ ਤਾਂ ਉਹਨੂੰ ਸੁਪਰਵਾਈਜ਼ ਕਰਦਾ ਹੈ ਪਰ ਜਦੋਂ ਅਸੀਂ ਐਜੂਕੇਸ਼ਨਲ ਟੈਕਨੀਕ ਦੇ ਤੌਰ ਤੇ ਦੇਖਦੇ ਆ ਤਾਂ ਸੁਪਰਵਾਈਜ਼ ਟੈਕਨੀਕ ਜਿਹੜੀ ਹੈ ਇਟ ਇਜ਼ ਅ ਰੈਮਡੀਅਲ ਟੀਚਿੰਗ ਟੈਕਨੀਕ ਰੈਮਡੀਅਲ ਟੀਚਿੰਗ ਟੈਕਨੀਕ ਦਾ ਮਤਲਬ ਹੈ ਕਿ when we have a special concern about a particular skill of the child ਜਦੋਂ ਬੱਚਾ ਕਿਸੇ particular type ਦੀ skill 'ਚ deficiency show ਕਰਦਾ ਹੈ ਮੰਨ ਲਓ ਕਿ ਉਸਨੂੰ ਰੀਡਿੰਗ ਨਹੀਂ ਆਉਂਦੀ ਉਸਨੂੰ ਰਾਈਟਿੰਗ ਨਹੀਂ ਆਉਂਦੀ ਉਹਨੂੰ ਟੇਬਲ ਨਹੀਂ ਆਉਂਦੇ ਅਰਥਮੈਟਿਕਸ ਨਹੀਂ ਆਉਂਦਾ ਜਾਂ ਉਸਦੀ ਸਪੋਕਨ ਅੱਛੀ ਨਹੀਂ ਹੈ ਤਾਂ ਅਸੀਂ ਇੱਕ particular skill ਨੂੰ specifically target ਕਰਕੇ ਆਪਣੇ ਅੰਡਰ ਸੁਪਰਵਿਜ਼ਨ ਅਸੀਂ ਉਸਨੂੰ ਟ੍ਰੇਨਿੰਗ ਦਿੰਦੇ ਹਾਂ ਔਰ ਖਾਸ ਤੌਰ ਤੇ ਜਿੰਨੀਆਂ ਸਕਿੱਲਸ ਨੇ ਉਹ ਅੰਡਰ ਟ੍ਰੇਨਿੰਗ ਹੀ ਹੁੰਦੀਆਂ ਨੇ ਤੁਸੀਂ ਕਦੇ ਜਿਮਨਾਸਟਿਕ ਦੀ ਟ੍ਰੇਨਿੰਗ ਕਰਦੇ ਦੇਖੇ ਆ ਤੁਹਾਡੇ ਚ ਕੋਈ ਜਿਮ ਕਰਦਾ ਸਵੇਰ ਹੈਲਥ ਫਿਟਨੈਸ ਵਾਸਤੇ ਸੋ ਹੈਗੇ ਆ ਕਲਾਸ ਚ ਅੱਛਾ ਯੋਗਾ ਵੀ ਨਹੀਂ ਸਿੱਖਿਆ ਕਿਸੇ ਨੇ ਕੋਈ ਹੋਰ ਕੋਈ ਡਾਂਸ ਸਕਿੱਲ ਸਿੱਖੀ ਹੋਵੇ ਕੋਈ ਡਾਂਸ ਸਿੱਖਿਆ ਹੋਵੇ सर स्कूल्स में सीखा हुआ है ऐसे पर्टिकुलर एकेडमी से नहीं सीखा ਹਾਂ ਤਾਂ ਜਦੋਂ ਵੀ ਅਸੀਂ ਯੋਗਾ ਤੁਸੀਂ ਕਰਨ ਜਾਓਗੇ ਤਾਂ ਯੋਗਾ ਜਿਹੜੇ ਹਾਰਡ ਆਸਨਸ ਆ ਹੁੰਦੇ ਆ ਉਹ ਜਿਹੜਾ ਟ੍ਰੇਨਰ ਹੁੰਦਾ ਉਹ ਆਪਣੀ ਆਬਜ਼ਰਵੇਸ਼ਨ ਚ ਕਰਾਉਂਦਾ ਉਹ ਕਹਿੰਦਾ ਕੋਈ ਮਸਲ ਇੰਜਰੀ ਨਾ ਹੋ ਜਾਵੇ ਕਿਸੇ ਤਰ੍ਹਾਂ ਨਾਲ ਕੋਈ ਵੇਨ ਗਲਤ ਨਾ ਦਬ ਜਾਵੇ ਜਾਂ ਕੋਈ ਪੋਸਚਰ ਜਿਹੜਾ ਹੈ ਇਸ ਤਰ੍ਹਾਂ ਦਾ ਨਾ ਹੋਵੇ ਕਿ ਫ੍ਰੈਕਚਰ ਜਾਂ ਕੋਈ ਹੋਰ ਚੀਜ਼ ਹੋ ਜਾਵੇ ਤਾਂ ਹਮੇਸ਼ਾ ਅਸੀਂ ਜਿਹੜੀ ਸਕਿੱਲ ਟ੍ਰੇਨਿੰਗ ਹੈ ਜਿਵੇਂ ਇਸ ਤਰ੍ਹਾਂ ਤੁਸੀਂ ਡਾਂਸ ਦੀ ਟ੍ਰੇਨਿੰਗ ਕਰਨ ਜਾਓ ਤਾਂ ਜਿਹੜਾ ਟ੍ਰੇਨਰ ਹੁੰਦਾ ਉਹ ਆਪਣੇ ਅੰਡਰ ਆਬਜ਼ਰਵੇਸ਼ਨ ਪਹਿਲਾਂ ਰੱਖਦਾ ਹੈ ਔਰ ਸਟੈਪ ਬਾय ਸਟੈਪ 1 ਬਾय 1 ਜਿਹੜਾ ਹੈ ਸਟੈਪ ਬਾय ਸਟੈਪ ਉਹ ਟ੍ਰੇਨ ਕਰਦਾ ਹੈ ਐਸੇ ਤਰ੍ਹਾਂ ਜਦੋਂ ਬੱਚਾ ਸ਼ੁਰੂ ਚ ਜਦੋਂ ਤੁਸੀਂ ਦੇਖੋ ਪ੍ਰੀ ਨਰਸਰੀ ਕਲਾਸਿਸ ਚ ਹੁੰਦਾ ਤਾਂ ਅਸੀਂ ਉਹਨੂੰ ਅਲਫਾਬੈਟਸ ਲਿਖਣਾ ਸਿਖਾਉਂਦੇ ਆ ਤਾਂ ਈਵਨ ਕਿ ਹੈਂਡ ਫੜ ਕੇ ਅਸੀਂ ਉਸਨੂੰ ਪਹਿਲੀ ਟ੍ਰੇਨਿੰਗ ਜਿਹੜੀ ਹੈ ਦਿੰਨੇ ਆ ਫਿਰ ਅਸੀਂ ਅੰਡਰ ਆਬਜ਼ਰਵੇਸ਼ਨ ਉਸਨੂੰ ਰਾਈਟਿੰਗ ਜਿਹੜੀਆਂ ਨੇ ਪ੍ਰੈਕਟਿਸਿਸ ਦਿੰਨੇ ਆ ਔਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਗਰੋ ਕਰਦਾ ਹੈ ਫਿਰ ਜਦੋਂ ਅਲਫਾਬੈਟ ਦੀ ਥੋੜੀ ਫਾਰਮੇਸ਼ਨ ਸਿੱਖ ਜਾਂਦਾ ਫਿਰ ਅਸੀਂ ਕਰਸਿਵ ਰਾਈਟਿੰਗ ਵੱਲ ਜਾਂਦੇ ਆ ਤਾਂ ਇਸ ਤਰ੍ਹਾਂ ਹੀ ਰੈਮਡੀਅਲ ਟ੍ਰੇਨਿੰਗ ਹੈ ਜਿਹਦੇ ਵਿੱਚ ਜਿਹੜਾ ਬੱਚਾ ਹੈ ਕਿਸੇ ਪਾਰਟਿਕੂਲਰ ਫੀਲਡ ਦੇ ਵਿੱਚ ਡੈਫੀਸ਼ੀਐਂਸੀ ਸ਼ੋ ਕਰਦਾ ਭਾਵੇਂ ਉਹ ਅਕੈਡਮਿਕਸ ਹੈ ਭਾਵੇਂ ਉਹਦੀ ਸਕਿੱਲ ਹੈ ਭਾਵੇਂ ਉਹਦਾ ਇਮੋਸ਼ਨਲ ਜਾਂ ਕਿਸੇ ਹੋਰ ਤਰ੍ਹਾਂ ਦੀ ਡਰਿਲ ਹੈ ਤਾਂ ਅਸੀਂ ਉਹਦੇ ਵਾਸਤੇ ਇਹ ਟ੍ਰੇਨਿੰਗ ਜਿਹੜੀ ਹੈ ਟੈਕਨੀਕ ਯੂਜ਼ ਕਰਦੇ ਹਾਂ ਜਿਹਦੇ ਵਿੱਚ ਅਸੀਂ ਜਿਹੜਾ ਐਕਸਪਰਟ ਦੇ ਤੌਰ ਤੇ ਉਸ ਨੂੰ ਸੁਪਰਵਾਈਜ਼ ਕਰਦੇ ਹਾਂ ਔਰ ਟਾਈਮਲੀ ਅਸੀਂ ਉਸ ਨੂੰ ਜਿਹੜਾ ਹੈ ਉਹਦੀਆਂ ਡੈਫੀਸ਼ੀਐਂਸੀ ਜਾਂ ਉਸ ਦੀਆਂ ਜਿਹੜੀਆਂ ਵੀਕਨੈਸ ਨੇ ਜਾਂ ਉਹਦੀਆਂ ਜਿਹੜੀਆਂ ਸਕਿੱਲ ਦੇ ਵਿੱਚ ਕੋਈ ਰਿਫਾਈਨਮੈਂਟ ਵਾਸਤੇ ਜ਼ਰੂਰੀ ਇੰਸਟਰਕਸ਼ਨਸ ਨੇ ਉਹ ਟਾਈਮਲੀ ਪ੍ਰੋਵਾਈਡ ਕਰਦੇ ਆ ਤਾਂ ਕਿ ਉਹ ਸਟੈਪ ਬਾय ਸਟੈਪ ਹੌਲੀ ਹੌਲੀ ਸਿੱਖਦਾ ਰਹੇ ਤਾਂ ਸੁਪਰਵਾਈਜ਼ਡ ਇਜ਼ ਅ ਸੌਰਟ ਆਫ ਡਾਇਰੈਕਟਡ ਸਟੱਡੀ ਜਿਹਦੇ ਵਿੱਚ ਅਸੀਂ ਹੱਥ ਫੜ ਕੇ ਸਟੈਪ ਬਾय ਸਟੈਪ ਗਾਈਡਡ ਸਟੱਡੀ ਕਰਾਉਂਦੇ ਆ ਸਟੱਡੀ ਪ੍ਰੋਸੀਜਰ ਵਿਦ ਦ ਏਮ ਟੂ ਡਿਟੈਕਟ ਸਰਟਨ ਸਕਿੱਲ ਡੈਫੀਸ਼ੀਐਂਸੀ ਅਮੰਗ ਦ ਸਟੂਡੈਂਟਸ ਦੋ ਤਰ੍ਹਾਂ ਨਾਲ ਹੈ ਪਹਿਲੇ ਫੇਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ 'ਚ ਕਮੀ ਕੀ ਹੈ ਮੈਂ ਤੁਹਾਨੂੰ ਇੱਕ ਪ੍ਰਵੇਸ਼ ਪ੍ਰੋਜੈਕਟ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਪ੍ਰਵੇਸ਼ ਪ੍ਰੋਜੈਕਟ ਹਮੇ ਕੋਈ ਪ੍ਰਵੇਸ਼ ਪ੍ਰੋਜੈਕਟ ਦੀ ਗੱਲ ਹੋਈ ਕਦੇ ਆਪਣੀ ਕਿ ਜਿਹੜਾ ਸਾਡਾ ਐਲੀਮੈਂਟਰੀ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਅਸੀਂ ਇੱਕ ਪ੍ਰਵੇਸ਼ ਪ੍ਰੋਜੈਕਟ ਦਾ ਚਲਾ ਰਹੇ ਹਾਂ ਪੰਜਾਬ ਦੇ ਸਕੂਲਾਂ 'ਚ ਗਵਰਨਮੈਂਟ ਸਕੂਲਾਂ 'ਚ नहीं सर ਅੱਛਾ ਕੋਈ ਗੱਲ ਨਹੀਂ नो सर नो ਹਾਂ ਮੈਂ ਤੁਹਾਨੂੰ ਦੱਸਦਾ ਇੱਕ ਨਾ ਸਾਡੇ ਅਸਰ ਇੱਕ ਪ੍ਰਥਮ ਇੱਕ ਆਰਗੇਨਾਈਜੇਸ਼ਨ ਹੈ ਐਨਜੀਓ ਹੈ ਲੁਧਿਆਣਾ ਬੇਸਡ ਪ੍ਰਥਮ ਹੈ ਔਰ ਉਸ ਐਨਜੀਓ ਨੇ ਕੀ ਕੀਤਾ ਹੈ ਉਹਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਸਰਵੇ ਕਰਵਾਇਆ ਹੈ ਜਿਹੜਾ ਸਕਿੱਲ ਸਰਵੇ ਹੈ ਕਿ ਬੱਚਾ ਜਿਹੜਾ ਹੈ ਉਸ ਨੂੰ ਕੀ ਆਉਂਦਾ ਤਾਂ ਉਹਨਾਂ ਨੇ ਫਸਟ ਤੋਂ ਲੈ ਕੇ 5th ਤੱਕ ਦੇ ਬੱਚਿਆਂ ਦੇ ਉੱਪਰ ਮੈਥਮੈਟਿਕਸ ਦਾ ਉਹਨਾਂ ਦੀ ਲੈਂਗੁਏਜ ਐਫੀਸ਼ੀਐਂਸੀ ਦਾ ਜਿਹੜਾ ਹੈ ਪ੍ਰੋਫੀਸ਼ੀਐਂਸੀ ਦਾ ਜਿਹੜਾ ਟੈਸਟ ਲਗਾਇਆ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ 5th ਦੇ ਕੁਝ ਬੱਚੇ ਨੇ ਜਿਹੜੇ ਹਲੇ ਸੈਂਟੈਂਸ ਨਹੀਂ ਪੜ੍ਹ ਸਕਦੇ ਫਸਟ ਦੇ ਕੁਝ ਬੱਚੇ ਨੇ ਜਿਹੜੇ ਅਲਫਾਬੈਟ ਹੀ ਹਲੇ ਰੈਕੋਗਨਾਈਜ਼ ਨਹੀਂ ਕਰ ਸਕਦੇ ਥਰਡ ਦੇ ਕੁਝ ਬੱਚੇ ਨੇ ਜਿਹੜੇ ਵਰਡ ਬੋਲ ਨਹੀਂ ਸਕਦੇ ਥਰਡ ਦੇ ਕੁਝ ਬੱਚੇ ਨੇ ਜਿਹੜੇ ਸੈਂਟੈਂਸ ਕਰੈਕਟਲੀ ਲਿਖ ਨਹੀਂ ਸਕਦੇ ਇਸੇ ਤਰ੍ਹਾਂ ਹੀ ਮੈਥਮੈਟਿਕਸ 'ਚ ਉਹਨਾਂ ਨੇ ਦੇਖਿਆ ਕਿ ਫਸਟ ਦੇ ਕੁਝ ਬੱਚੇ ਨੇ ਜਿਨ੍ਹਾਂ ਨੂੰ ਹਲੇ ਤੱਕ 100 ਦੀ ਕਾਊਂਟਿੰਗ ਨਹੀਂ ਆਉਂਦੀ ਜਾਂ ਉਹ ਪਾਰਟਿਕੂਲਰ ਡਿਜਿਟ ਜਿਹੜੇ ਹੈਗੇ ਆ ਕਾਊਂਟਿੰਗ ਦੇ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਪਾਉਂਦੇ ਔਰ ਸੈਕੰਡ ਦਾ ਬੱਚਾ ਹੈ ਜਿਹਨੂੰ 10 ਤੱਕ ਟੇਬਲ ਨਹੀਂ ਆਉਂਦੇ ਥਰਡ ਦਾ ਬੱਚਾ ਹੈ ਜਿਹਨੂੰ 2 ਡਿਜਿਟ ਦੀ ਮਲਟੀਪਲੀਕੇਸ਼ਨ ਨਹੀਂ ਆਉਂਦੀ ਫੋਰਥ ਦਾ ਜਿਹੜਾ ਬੱਚਾ ਹੈ ਉਹ ਡਿਵੀਜ਼ਨ ਨਹੀਂ ਆਉਂਦਾ ਫਿਫਥ ਦਾ ਜਿਹੜਾ ਬੱਚਾ ਹੈ ਉਹਨੂੰ ਜਿਹੜੀ ਹੈ 3 ਡਿਜਿਟ ਦੀ ਮਲਟੀਪਲੀਕੇਸ਼ਨ ਜਾਂ ਨੂਮੈਰੀਕਲ ਸਮਝ ਨਹੀਂ ਆਉਂਦੇ ਤਾਂ ਨਾ ਹੀ ਉਹ ਕੁਝ ਜਿਓਗ੍ਰਾਫੀਕਲ ਜਾਂ ਜਿਹੜੀ ਹੈਗੀ ਆ ਡਾਇਆਗ੍ਰਾਮ ਨੇ ਜਿਹੜੇ ਜਿਓਮੈਟ੍ਰਿਕ ਉਹਨਾਂ ਨੂੰ ਆਇਡੈਂਟੀਫਾਈ ਕਰ ਪਾਉਂਦਾ ਹੈ ਉਹਨੂੰ ਨਹੀਂ ਪਤਾ ਕਿਊਬ ਕੀ ਹੁੰਦਾ ਕਿਊਬਾਇਡ ਕੀ ਹੁੰਦਾ ਤਾਂ ਉਹਨਾਂ ਨੇ ਉਸ ਸਰਵੇ ਦੀ ਇੱਕ ਰਿਪੋਰਟ ਛਾਪੀ ਔਰ ਉਹਦੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਬੱਚਿਆਂ 'ਚ ਨਾ ਸਕਿੱਲ ਦੀ ਪ੍ਰੋਬਲਮ ਹੈ ਬੱਚਿਆਂ ਦੀ ਹਲੇ ਸਕਿੱਲ ਨਾ ਰੀਡਿੰਗ ਦੀ ਰਿਫਾਈਨ ਹੋਈ ਹੈ ਨਾ ਰਾਈਟਿੰਗ ਦੀ ਰਿਫਾਈਨ ਹੋਈ ਹੈ ਨਾ ਉਹਨਾਂ ਦੀ ਅਰਥਮੈਟਿਕਸ ਦੀ ਰਿਫਾਈਨ ਹੋਈ ਹੈ ਤਾਂ ਫਿਰ ਇੱਕ ਪ੍ਰੋਗਰਾਮ ਲੈ ਕੇ ਆਂਦਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਗਰੁੱਪਿੰਗ ਕੀਤੀ ਗਈ ਹੈ
ਕਿ ਲੈਂਗੁਏਜ ਦੇ ਵਿੱਚ ਮੰਨ ਲਓ ਕੋਈ ਬੱਚਾ ਹਿੰਦੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਜਿਹੜਾ ਅਲਫਾਬੈਟ ਹੁੰਦੇ ਆ, ਜਿਵੇਂ ਪੰਜਾਬੀ ਦੇ 35 ਨੇ, ਅਸੀਂ ਉਹਨੂੰ 35 ਆਖਦੇ ਆ, ਇੰਗਲਿਸ਼ ਦੇ 26 ਨੇ, ਹਿੰਦੀ ਦੇਵਨਾਗਰੀ ਦੇ 52 ਨੇ, ਤਾਂ ਕੋਈ ਬੱਚਾ ਜੇ ਆਇਡੈਂਟੀਫਾਈ ਨਹੀਂ ਕਰ ਸਕਦਾ ਤਾਂ ਉਹ ਭਾਵੇਂ ਫਸਟ ਕਲਾਸ ਦਾ ਭਾਵੇਂ 5th ਕਲਾਸ ਦਾ, ਉਹਨਾਂ ਦਾ ਇੱਕ ਹੀ ਗਰੁੱਪ ਬਣਾ ਦਿੱਤਾ ਜਾਏਗਾ, ਉਹਨੂੰ ਰੈਮਡੀਅਲ ਗਰੁੱਪ ਜੇ ਕਿਹਾ ਜਾਂਦਾ, ਜਾਂ ਉਹਨੂੰ ਕਿਹਾ ਜਾਂਦਾ ਮਹਿਲ, ਉਹਨੂੰ ਕਹਿੰਦੇ ਅੱਖਰ ਮਹਿਲ। ਅੱਖਰ ਮਹਿਲ ਦਾ ਮਤਲਬ ਹੈ ਜਿਹੜਾ ਅਲਫਾਬੈਟ ਆਇਡੈਂਟੀਫਾਈ ਨਹੀਂ ਕਰ ਸਕਦਾ, ਉਹਦੀ ਸਕਿੱਲ ਡੈਫੀਸ਼ੀਐਂਸੀ ਹੈ। ਦੂਸਰਾ ਇੱਕ ਬੱਚਾ ਹੈ ਜਿਹੜਾ ਦੋ ਸ਼ਬਦ ਜਿਹੜੇ ਜੋੜ ਕੇ, ਦੋ ਅੱਖਰ ਜੋੜ ਕੇ ਜਿਹੜਾ ਸ਼ਬਦ ਬਣਦਾ ਉਹ ਪੜ੍ਹ ਨਹੀਂ ਸਕਦਾ, ਜਿਵੇਂ ਜੱਜਾ ਗੱਗਾ ਜੱਗ ਜਾਂ ਜੱਜੇ ਉੱਤੇ ਜੱਗ। ਅਸੀਂ ਉਹ ਜਿਹੜਾ ਹੈ ਪ੍ਰੋਨੰਸੀਏਸ਼ਨ ਉਸਦੀ ਠੀਕ ਨਹੀਂ ਹੈ, ਉਹ ਬੱਚੇ 'ਚ ਐਬਿਲਿਟੀ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਇੰਗਲਿਸ਼ ਦੇ ਵਿੱਚ 3 ਜਿਹੜੇ ਹੈਗੇ ਆ ਅਲਫਾਬੈਟ, ਉਹਨਾਂ ਦੇ ਜੋੜਿਆ ਹੋਇਆ ਇੱਕ ਵਰਡ ਜਿਹੜਾ ਬਣਦਾ, ਬੱਚਾ ਆਇਡੈਂਟੀਫਾਈ ਨਹੀਂ ਕਰ ਸਕਦਾ, ਤਾਂ ਅਸੀਂ ਉਹਨਾਂ ਦਾ ਇੱਕ ਅੱਖਰ ਮਹਿਲ ਬਣਾਇਆ ਜਿਸ ਨੂੰ ਅਸੀਂ ਕਿਹਾ ਵਰਡ ਰੈਮਡੀਅਲ ਗਰੁੱਪ। ਤਾਂ ਇਸੇ ਤਰ੍ਹਾਂ ਫਿਰ ਸੈਂਟੈਂਸ ਦਾ ਬਣਿਆ, ਫਿਰ ਅਸੀਂ ਪੈਰੇ ਦਾ ਬਣਾਇਆ, ਫਿਰ ਅਸੀਂ ਸਟੋਰੀ ਦਾ ਬਣਾਇਆ। ਤਾਂ 5 ਮਹਿਲ ਬਣਾਏ। ਤਾਂ ਇਹਦਾ ਮਤਲਬ ਹੈ ਜਿਹੜੀ ਲੈਂਗੁਏਜ ਐਫੀਸ਼ੀਐਂਸੀ ਜਾਂ ਪ੍ਰੋਫੀਸ਼ੀਐਂਸੀ ਹੈ ਉਹ 5 ਸਟੇਜਾਂ 'ਚ ਹੋ ਕੇ ਪਾਸ ਹੁੰਦੀ ਹੈ। ਤਾਂ ਅਸੀਂ ਫਿਰ ਕੀ ਕੀਤਾ, ਇਹਨਾਂ ਨੂੰ ਰੈਮਡੀਅਲ ਗਰੁੱਪ ਕਹਿ ਦਿੱਤਾ ਗਿਆ, ਔਰ ਇਹਨਾਂ ਗਰੁੱਪ ਦੀ ਟ੍ਰੇਨਿੰਗ ਉਹਨਾਂ ਦੀ ਸਕਿੱਲ ਦੇ ਉੱਪਰ ਬੇਸਡ ਕੀਤੀ ਗਈ ਕਿ ਜਿਹਨੂੰ ਅਲਫਾਬੈਟ ਨਹੀਂ ਆਉਂਦੇ ਉਹਨੂੰ ਅਲਫਾਬੈਟ ਪਹਿਲਾਂ ਰੈਕੋਗਨਾਈਜ਼ ਕਰਾਉਣਾ ਸਿਖਾਓ, ਜਿਸ ਨੂੰ ਸ਼ਬਦ ਨਹੀਂ ਪੜ੍ਹਨੇ ਆਉਂਦੇ ਉਹਨੂੰ ਸ਼ਬਦ ਪੜ੍ਹਨੇ ਸਿਖਾਓ, ਜਿਹਨੂੰ ਸੈਂਟੈਂਸ ਨਹੀਂ ਆਉਂਦਾ ਉਹਨੂੰ ਸੈਂਟੈਂਸ ਸਿਖਾਓ, ਜਿਹਨੂੰ ਪੈਰਾ ਨਹੀਂ ਪੜ੍ਹਨਾ ਆਉਂਦਾ ਉਹਨੂੰ ਪੈਰਾ ਥੋਰਲੀ ਜਿਹੜਾ ਹੈ ਰਿਦਮਿਕ ਪੜ੍ਹਨਾ ਸਿਖਾਓ ਫਲੋ ਨਾਲ, ਔਰ ਜਿਸ ਨੂੰ ਸਟੋਰੀ ਜਿਹੜੀ ਹੈ ਪੜ੍ਹਨੀ ਨਹੀਂ ਆਉਂਦੀ ਉਸ ਨੂੰ ਸਟੋਰੀ ਫਲੋ ਨਾਲ ਪੜ੍ਹਨੀ ਸਿਖਾਓ। ਇਸੇ ਤਰ੍ਹਾਂ ਹੀ ਸਪੋਕਨ ਦੇ ਵਿੱਚ ਹੈ, ਜਿਸ ਨੂੰ ਸਾਊਂਡ ਜਿਹੜੀ ਹੈ ਫੋਨੈਟਿਕਸ ਨਹੀਂ ਆਉਂਦੀ ਹੈ, ਜਾਂ ਜਿਸ ਨੂੰ ਸੈਂਟੈਂਸ ਫਾਰਮੇਸ਼ਨ ਨਹੀਂ ਆਉਂਦੀ, ਜਾਂ ਵਰਡ ਦੀ ਵੋਕੈਬਲਰੀ ਜਿਹੜੀ ਹੈ ਉਸਦੀ ਕਮਿਊਨੀਕੇਸ਼ਨ ਜਾਂ ਪ੍ਰੋਨੰਸੀਏਸ਼ਨ ਜਿਹੜੀ ਹੈ ਉਸਦੀ ਕਰੈਕਟ ਨਹੀਂ ਹੈ, ਉਹਦੇ ਤੇ ਡਰਿਲ ਕਰਾਓ। ਇਸੇ ਤਰ੍ਹਾਂ ਮੈਥਮੈਟਿਕਸ ਜਿਹਨੂੰ ਕਾਊਂਟਿੰਗ ਨਹੀਂ ਆਉਂਦੀ, ਜਿਸ ਨੂੰ ਟੇਬਲ ਨਹੀਂ ਆਉਂਦੇ, ਜਿਸ ਨੂੰ ਮਲਟੀਪਲੀਕੇਸ਼ਨ ਨਹੀਂ ਆਉਂਦੀ, ਜਿਸ ਨੂੰ ਡਿਵੀਜ਼ਨ ਨਹੀਂ ਆਉਂਦੀ, ਉਹ ਸਾਰੀਆਂ ਸਕਿੱਲਸ ਤੇ ਕੰਮ ਕਰਨਾ ਹੈ। ਤਾਂ ਇੱਥੇ ਪਹਿਲਾਂ ਅਸੀਂ ਸਕਿੱਲ ਡੈਫੀਸ਼ੀਐਂਸੀ ਦੇਖਣੀ ਹੈ, ਬੱਚੇ ਨੂੰ ਕੀ ਸਕਿੱਲ ਡੈਫੀਸ਼ੀਐਂਸੀ ਹੈ। ਇਕਨੋਮਿਕਸ ਦੇ ਵਿੱਚ ਬੱਚਾ ਹੋ ਸਕਦਾ ਹੈ ਕਿ ਉਸ ਨੂੰ ਕਨਸੈਪਟ ਕਲੀਅਰ ਨਾ ਹੋਣ, ਟਰਮੀਨੋਲੋਜੀ ਦੀ ਕਲੈਰੀਫਿਕੇਸ਼ਨ ਨਾ ਹੋਵੇ, ਉਸ ਨੂੰ ਲਾਅ ਜਿਹੜੇ ਨੇ ਉਹਨਾਂ ਨੂੰ ਪ੍ਰੋਪਰ ਐਕਸਪਲੇਨ ਨਾ ਕਰਨਾ ਆਉਂਦਾ ਹੋਵੇ, ਉਸ ਨੂੰ ਡਾਇਗਰਾਮ ਬਣਾਉਣੇ ਨਾ ਆਉਂਦੇ ਹੋਣ, ਉਸ ਨੂੰ ਗ੍ਰਾਫ ਬਣਾਉਣੇ ਨਾ ਆਉਂਦੇ ਹੋਣ, ਉਸ ਨੂੰ ਮੀਨ ਮੀਡੀਅਨ ਮੋਡ ਜਿਹੜੀ ਹੈ ਉਹ ਅਰਥਮੈਟਿਕ ਸਕਿੱਲਸ ਨਾ ਆਉਂਦੀਆਂ ਹੋਣ। ਤਾਂ ਅਸੀਂ ਡੈਫੀਸ਼ੀਐਂਸੀ ਦੇ ਅਕੋਰਡਿੰਗ ਬੱਚਿਆਂ ਦੇ ਗਰੁੱਪਿੰਗ ਕਰਾਂਗੇ, ਔਰ ਫਿਰ ਅਸੀਂ ਉਹਨਾਂ ਦੀਆਂ ਇੰਡੀਵਿਜੂਅਲ ਹੈਬਿਟਸ ਦੇ ਅਕੋਰਡਿੰਗ, ਸਟੱਡੀ ਡੈਫੀਸ਼ੀਐਂਸੀ ਦੇ ਅਕੋਰਡਿੰਗ, ਉਹਨਾਂ ਦੀ ਡਿਗਰੀ ਆਫ ਅਚੀਵਮੈਂਟਸ ਦੇ ਅਕੋਰਡਿੰਗ ਅਲੱਗ-ਅਲੱਗ ਬੱਚਿਆਂ ਦੇ ਗਰੁੱਪ ਬਣਾਵਾਂਗੇ। ਗਿਫਟਡ ਦਾ ਇੱਕ ਗਰੁੱਪ ਬਣੇਗਾ, ਬੈਕਵਰਡ ਦਾ ਇੱਕ ਗਰੁੱਪ ਬਣੇਗਾ, ਐਵਰੇਜ ਦਾ ਇੱਕ ਗਰੁੱਪ ਬਣੇਗਾ, ਬਿਲੋ ਐਵਰੇਜ ਦਾ ਇੱਕ ਗਰੁੱਪ ਬਣੇਗਾ, ਅਬਵ ਐਵਰੇਜ ਦਾ ਇੱਕ ਗਰੁੱਪ ਬਣੇਗਾ, ਔਰ ਇਸ ਤਰ੍ਹਾਂ ਨਾਲ ਅਸੀਂ ਗਰੁੱਪਸ ਨੂੰ ਅਲੱਗ-ਅਲੱਗ ਲੈਵਲ ਦੀ ਟ੍ਰੇਨਿੰਗ ਦੇਵਾਂਗੇ। ਜਿਹੜਾ ਤਾਂ ਗਿਫਟਡ ਬੱਚਾ ਹੈ ਉਸ ਨੂੰ ਅਸੀਂ ਐਡਵਾਂਸ ਲਰਨਿੰਗ ਦੇ ਲਈ ਸਕਿੱਲ ਟ੍ਰੇਨਿੰਗ ਕਰਾਵਾਂਗੇ, ਜਿਹੜਾ ਪੂਅਰ ਹੈ ਉਸ ਨੂੰ ਅਸੀਂ ਰੈਮਡੀਅਲ ਟੀਚਿੰਗ ਦੇ ਕੇ ਉਸ ਦੀ ਜਿਹੜੀ ਹੈ ਐਫੀਸ਼ੀਐਂਸੀ ਇੰਪਰੂਵ ਕਰਾਂਗੇ, ਜਿਹੜਾ ਐਵਰੇਜ ਹੈ ਅਸੀਂ ਉਸ ਨੂੰ ਜਿਹੜਾ ਹੈ ਅਬਵ ਐਵਰੇਜ ਵੱਲ ਪੁਸ਼ ਕਰਾਂਗੇ, ਜਿਹੜਾ ਅਬਵ ਐਵਰੇਜ ਹੈ ਉਸ ਨੂੰ ਅਸੀਂ ਗਿਫਟਡ ਵੱਲ ਪੁਸ਼ ਕਰਾਂਗੇ। ਤਾਂ ਅਲੱਗ-ਅਲੱਗ ਤਰ੍ਹਾਂ ਦੀ ਰੈਮਡੀਅਲ ਟ੍ਰੇਨਿੰਗ ਹੋਏਗੀ, ਇਸੇ ਦੇ ਵਿੱਚ ਹੀ ਸੁਪਰਵਾਈਜ਼ਡ ਸਟੱਡੀ ਜਿਹੜੀ ਹੈ ਇਹ ਕੰਮ ਕਰਦੀ ਹੈ। ਹੁਣ ਮੈਥਡਸ ਤੇ ਸਟੱਡੀ ਦੇ ਜਿਹੜਾ ਟੈਕਨੀਕਸ ਹੈ ਉਹਦਾ ਇੱਥੋਂ ਡਿਫਰੈਂਸ ਪਤਾ ਲੱਗਦਾ ਹੈ। ਮੈਥਡ ਹੁੰਦਾ ਜਦੋਂ ਅਸੀਂ ਮੇਨ ਕਰਿਕੂਲਮ ਪੜਾਉਣਾ ਹੈ, ਤਾਂ ਟੀਚਿੰਗ ਮੈਥਡ ਉਸ ਟਾਈਮ ਤੇ ਕੰਮ ਆਉਂਦੇ ਆ ਕਿ ਕਰਿਕੂਲਮ ਕਿਵੇਂ ਪੜਾਇਆ ਜਾਏਗਾ। ਪਰ ਜਦੋਂ ਹੀ ਟੀਚਰ ਪੜ੍ਹਾ ਕੇ ਹਟਦਾ ਤਾਂ ਟੀਚਰ ਨੂੰ ਸਮਝ ਆਉਂਦੀ ਹੈ ਕਿ ਟੈਸਟ ਲਿਆ, 30% ਬੱਚਿਆਂ ਨੇ ਟੈਸਟ ਦੇ ਵਿੱਚੋਂ ਫੇਲ ਹੋ ਗਏ, 10% 20% ਬੱਚੇ ਐਵਰੇਜ ਆਏ, ਜਾਂ ਕਹ ਲਓ 50% ਬੱਚੇ ਐਵਰੇਜ ਆਏ ਔਰ 10% 20% ਬੱਚੇ ਗਿਫਟਡ ਆਏ, ਬੜਾ ਅੱਛਾ ਪਰਫਾਰਮ ਕੀਤਾ। ਤਾਂ ਇਹ ਜਿਹੜੀ ਵੇਰੀਏਸ਼ਨ ਲਰਨਿੰਗ ਚ ਆ ਗਈ, ਇਹਦਾ ਮਤਲਬ ਹੈ ਕਿ ਦੇ ਆਰ ਵਿਦ ਸਮ ਡੈਫੀਸ਼ੀਐਂਸੀ। ਜਿਹੜਾ 30% ਬੱਚਾ ਬਿਲਕੁਲ ਹੀ ਪਾਸ ਨਹੀਂ ਹੋਇਆ, ਨਾਓ ਇਟ ਇਜ਼ ਅ ਏਰੀਆ ਆਫ ਕੰਸਰਨ। ਟੀਚਰ ਲਈ ਇਹ ਇੱਕ ਵੱਡਾ ਮੁੱਦਾ ਬਣ ਗਿਆ। ਤੇ ਜਦੋਂ ਇਸ ਤਰ੍ਹਾਂ ਦਾ ਮੁੱਦਾ ਬਣੇਗਾ ਤਾਂ ਫਿਰ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਕਿਸੇ ਪਾਰਟਿਕੂਲਰ ਏਰੀਆ 'ਚ, ਮੰਨ ਲਓ ਮਾਈਕਰੋ ਨਹੀਂ ਆਈ, ਮੈਕਰੋ ਨਹੀਂ ਆਈ, ਉਹਨਾਂ ਦਾ ਇੰਡਸਟਰੀ ਮਾੜੀ ਹੈ, ਉਹਨਾਂ ਦੀ ਫਾਈਨਾਂਸ ਮਾੜਾ ਹੈ, ਉਹਨਾਂ ਦੀ ਜਿਹੜੀ ਹੈ ਅਕਾਊਂਟਿੰਗ ਮਾੜੀ ਹੈ, ਜਾਂ ਉਹਨਾਂ ਦੀ ਸਟੈਟਿਸਟਿਕਸ ਮਾੜੀ ਹੈ, ਤਾਂ ਤੁਹਾਡੇ 'ਚੋਂ ਕੋਈ ਬੱਚਾ ਇਹੋ ਜਿਹਾ ਸੀ ਜਿਹਨੂੰ ਇਕਨੋਮਿਕਸ ਦੇ ਸਟੈਟਿਸਟਿਕਸ ਜਿਹੜੀ ਹੈ ਪੜ੍ਹਦਿਆਂ ਹੋਇਆਂ ਬੜੀ ਹਾਰਡ, ਵੀ ਕੋਈ ਇਸ ਤਰ੍ਹਾਂ ਦਾ ਸਟੂਡੈਂਟ ਹੈ ਜਿਸ ਨੂੰ ਲੱਗਦਾ ਹੈ ਕਿ ਇਕਨੋਮਿਕਸ ਦੇ ਵਿੱਚ ਜਿਹੜਾ ਮੈਥਮੈਟਿਕਸ ਆਉਂਦਾ ਹੈ ਉਹ ਬੜਾ ਡਿਫਿਕਲਟ ਏਰੀਆ ਹੈ ਫਾਈਨਲ ਈਅਰ 'ਚ? फाइनल करके आया कोई बीए वाला? यस सर। नो सर। हाँ भी बीए फाइनल। फाइनल। प्लस टू में उसमें कार्ल पियर्सन वाला थोड़ा सा कभी कभी डिफिकल्ट लगता था प्लस टू में। हाँ उसके बाद ठीक था। इनकम अकाउंटिंग वाला ज्यादातर बड़े डिफिकल्ट लगता है जेड़ा एरिया इनकम अकाउंटिंग प्लस 2 च कीती सी? सही है की थी पर वो इंटरेस्टिंग था, अच्छे से आती थी वो आता था, ठीक है। हाँ ਜਿਹੜਾ ਕੋਈ ਬੱਚਾ ਅਬਵ ਐਵਰੇਜ ਹੋਏਗਾ ਉਸ ਨੂੰ ਆਉਂਦਾ ਹੈ। ਕਈ ਮੇਰੇ ਵਰਗੇ ਹੁੰਦੇ ਆ ਐਵਰੇਜ, ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਟਰਮਸ ਨਹੀਂ ਸਮਝ ਆਉਂਦੀਆਂ, ਉਹਨਾਂ ਨੂੰ ਕੈਲਕੂਲੇਟ ਕਰਨਾ ਨਹੀਂ ਆਉਂਦਾ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦਾ ਫਾਰਮੂਲੇ ਕਿਵੇਂ ਯਾਦ ਕਰਨੇ ਆ।
ਤਾਂ ਹਰ ਬੱਚੇ ਦਾ ਅਲੱਗ-ਅਲੱਗ ਏਰੀਆ ਸਟਰੋਂਗ ਤੇ ਵੀਕ ਹੋਏਗਾ। ਅਸੀਂ ਉਸ ਦੇ ਅਕੋਰਡਿੰਗ ਜੇ ਗਰੁੱਪਿੰਗ ਕਰਦੇ ਆ ਤਾਂ ਮੰਨ ਲਓ ਕਿ ਬੱਚਾ ਬਾਕੀ ਜਿਹੜੇ ਪਾਰਟ ਨੇ ਉਹ ਵਧੀਆ ਕਰ ਰਿਹਾ, ਸਿਰਫ ਨੈਸ਼ਨਲ ਇਨਕਮ ਅਕਾਊਂਟਿੰਗ ਵਾਲਾ ਪਾਰਟ ਨਹੀਂ ਆਉਂਦਾ, ਤਾਂ ਇਹਦਾ ਮਤਲਬ ਉਹਦੀ ਉਹ ਸਕਿੱਲ ਡੈਫੀਸ਼ੀਐਂਸੀ ਹੋ ਗਈ। ਅਸੀਂ ਉਸ ਨੂੰ ਉਸ ਗਰੁੱਪ 'ਚ ਪਾ ਲਿਆ ਕਿ ਇਹਨੂੰ ਸਿਰਫ ਸਟੈਟਿਸਟਿਕਸ ਦਾ 0 ਪੀਰੀਅਡ ਲੱਗੇਗਾ। ਕੁਝ ਬੱਚੇ ਨੇ ਜਿਨ੍ਹਾਂ ਨੂੰ ਮੈਕਰੋ ਇਕਨੋਮਿਕਸ ਅੱਛੀ ਤਰ੍ਹਾਂ ਨਹੀਂ ਆਉਂਦੀ, ਉਹਦੇ ਵਿੱਚ ਕੀ ਆ ਕਿ ਜਿਹੜੇ ਡਿਵੈਲਪਮੈਂਟ ਮਾਡਲ ਨੇ, ਹੈਰੋਡਾਮਰ ਦਾ ਮਾਡਲ ਹੈ ਜਾਂ ਜਿਹੜਾ ਬਿਗ ਪੁਸ਼ ਥਿਊਰੀ ਹੈ, ਉਹਨਾਂ ਨੂੰ ਨਹੀਂ ਪ੍ਰੋਪਰਲੀ ਉਹ ਦੱਸ ਸਕਦੇ, ਕੰਪਿਊਟਰ ਦਾ ਮਾਡਲ ਨਹੀਂ ਸਮਝਾ ਸਕਦੇ, ਤਾਂ ਅਸੀਂ ਉਹਨਾਂ ਨੂੰ ਸਿਰਫ ਉਸ ਏਰੀਆ ਲਈ ਤਿਆਰ ਕਰਨਾ ਹੈ। ਤਾਂ ਜਦੋਂ ਇਸ ਤਰ੍ਹਾਂ ਅਸੀਂ ਕਿਸੇ ਵੀਕ ਏਰੀਆ ਦੀ ਰਿਫਾਈਨਮੈਂਟ ਲਈ ਕੋਈ ਮੈਥਡ ਵਰਤਦੇ ਆ, ਉਹ ਟੈਕਨੀਕਸ ਹੁੰਦੀਆਂ ਨੇ। ਇਹ ਸ਼ਾਰਟਕਟਸ ਨੇ, ਇਹ ਸ਼ਾਰਟ ਟਰਮ ਮੈਜ਼ਰਸ ਨੇ, ਔਰ ਇਹ ਸਪੈਸ਼ਲ ਹੈਲਪ ਹੈ ਸਟੂਡੈਂਟਸ ਦੀ। ਹੁਣ ਤੁਹਾਨੂੰ ਮੈਥਡ ਤੇ ਟੈਕਨੀਕਸ ਦੀ ਕਲੈਰਿਟੀ ਹੋਗੀ, ਕਿਵੇਂ ਫਰਕ ਹੈ, ਮੈਥਡ ਕਿਉਂ ਵਰਤਨੇ ਪੈਂਦੇ ਆ, ਟੈਕਨੀਕ ਇਹ ਹੈ ਉਹਨਾਂ ਨੂੰ ਅਪਲਾਈ ਕਰਨਾ ਕਿ ਮੀਨਸ ਬੱਚਿਆਂ ਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ, ਤੇ ਉਹਨਾਂ ਨੂੰ ਲਾਈਕ ਐਵਰੇਜ ਤੋਂ ਬਿਲੋ ਐਵਰੇਜ ਵਾਲਿਆਂ ਨੂੰ ਜਾਂ ਥੋੜਾ ਉਹਨਾਂ ਨੂੰ ਦੇਖ ਕੇ ਕਿ ਮੀਨਸ ਅੱਛਾ ਪ੍ਰੋਗਰੈਸ ਕਰਨ, ਉਹਨੇ ਵੱਲ ਜਾਣਾ। ਕੋਈ ਬੱਚਿਆਂ ਦੇ ਅਗਰ ਬੱਚਿਆਂ ਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਤਾਂ ਬੱਚਿਆਂ ਦੇ ਡਿਫੈਕਟ ਨੂੰ ਆਬਜ਼ਰਵ ਕਰਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਦਾਂ ਦੀ ਟੈਕਨੀਕ ਦਾ ਯੂਜ਼ ਕਰਨਾ ਤਾਂ ਕਿ ਟੀਚਿੰਗ ਟੈਕਨੀਕ ਤਾਂ ਕਿ ਉਹ ਬੱਚਿਆਂ ਨੂੰ ਆਰਾਮ ਨਾਲ ਸਮਝ ਆ ਜਾਵੇ। ਬਿਲਕੁਲ। ਫਿਰ ਰਿਪੀਟ ਕਰ ਰਹੇ ਹਾਂ ਕਿ ਜਿਹੜੇ ਮੈਥਡਸ ਹੁੰਦੇ ਆ ਉਹ ਗਰੁੱਪ ਟੀਚਿੰਗ ਸਟ੍ਰੈਟੇਜੀਜ਼ ਨੇ, ਜਿਹਦੇ ਵਿੱਚ ਅਸੀਂ ਪੂਰੀ ਕਲਾਸ ਨੂੰ ਮੇਨ ਕੋਰਸ ਪੜਾਉਨੇ ਆ। ਪਰ ਜਦੋਂ ਹੀ ਅਸੀਂ ਮੇਨ ਕੋਰਸ ਪੜਾਉਨੇ ਆ ਤਾਂ ਸਾਰੇ ਬੱਚੇ ਇਕੁਅਲ ਪਰਫਾਰਮੈਂਸ ਨਹੀਂ ਦਿੰਦੇ ਆ, ਲਰਨਿੰਗ ਵੇਰੀ ਕਰਦੀਆਂ। ਕੁਝ ਗਿਫਟਡ ਹੁੰਦੇ ਆ, ਉਹ ਅੱਛਾ ਸਿੱਖ ਜਾਂਦੇ ਆ, ਐਵਰੇਜ ਅੱਛਾ ਸਿੱਖ ਜਾਂਦੇ ਆ, ਸਲੋ ਲਰਨਰ ਨਹੀਂ ਅੱਛਾ ਸਿੱਖ ਪਾਉਂਦੇ। ਇਹ ਜਿਹੜੇ ਬੱਚੇ ਲੋ ਪਰਫਾਰਮ ਕਰਦੇ ਆ ਜਾਂ ਫੇਲਿਅਰ ਹੋ ਜਾਂਦੇ ਆ, ਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੇ ਛੱਡ ਦੇਣਾ ਚਾਹੀਦਾ ਕਿ ਟੀਚਰ ਨੂੰ ਉਹਨਾਂ ਨੂੰ ਕੁਝ ਅਸਿਸਟੈਂਸ ਦੇਣਗੇ ਤਾਂ ਹੀ ਉਹ ਨੈਕਸਟ ਟਾਈਮ ਬੈਟਰ ਪਰਫਾਰਮ ਕਰਨਗੇ। ਹਾਂ, ਤਾਂ ਅਸਿਸਟੈਂਸ ਕਿਵੇਂ ਦਿੰਨੇ ਆ? ਅਸੀਂ ਉਹਨਾਂ ਨੂੰ ਪਰਸਨਲ ਗਾਈਡੈਂਸ ਵਾਂਗ ਉਹਨਾਂ ਦੇ ਜਿਹੜੇ ਕਮਜ਼ੋਰ ਏਰੀਆਜ਼ ਨੇ, ਵੀਕ ਏਰੀਆਜ਼ ਨੇ, ਜਿਹੜੇ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਜਿਹੜੀ ਟ੍ਰੇਨਿੰਗ ਦਿੰਨੇ ਆ ਉਸ ਨੂੰ ਅਸੀਂ ਟੈਕਨੀਕਸ ਦੇ ਥਰੂ ਕਰਦੇ ਆ। ਤਾਂ ਇਹਦੇ ਵਿੱਚੋਂ ਇੱਕ ਟੈਕਨੀਕ ਹੈ ਸੁਪਰਵਾਈਜ਼ ਟੈਕਨੀਕ ਦੇ ਵਿੱਚ ਅਸੀਂ ਕਹਿੰਦੇ ਆ ਕਿ ਮੰਨ ਲਓ ਮੈਂ ਤੁਹਾਨੂੰ ਕਹਾਂ ਜੀ ਮੈਂ ਤੁਹਾਨੂੰ ਡਾਂਸ ਭੰਗੜੇ ਦੇ 4 ਸਟੈਪ ਸਿਖਾਉਣਾ, ਤੁਸੀਂ ਕਹੋ ਵੀ ਇਹ 2 ਤਾਂ ਮੈਨੂੰ ਆ ਗਏ ਜੀ, 2 ਨਹੀਂ ਆਏ, ਤਾਂ ਮੈਂ ਕਹਾਂ ਮੇਰੇ ਸਾਹਮਣੇ ਕਰਕੇ ਦਿਖਾ। ਫਿਰ ਮੈਂ ਤੁਸੀਂ ਮੇਰੇ ਸਾਹਮਣੇ ਪਰਫਾਰਮ ਕਰੋ ਤੇ ਮੈਂ ਤੁਹਾਡੀ ਉਹਦੇ ਵਿੱਚੋਂ ਡੈਫੀਸ਼ੀਐਂਸੀ ਦੇਖਾਂ ਵੀ ਜਿਹੜੇ 2 ਅੱਛੇ ਕਰ ਰਿਹਾ ਉਹ ਕਿਉਂ ਕਰ ਰਿਹਾ, ਜਿਹੜੇ ਗਲਤ ਕਰ ਰਿਹਾ ਉਹਦਾ ਕੀ ਕਾਰਨ ਹੈ। ਫਿਰ ਮੈਂ ਉਹ ਕਾਰਨ ਆਪਣੇ ਸਾਹਮਣੇ ਅਬਜ਼ਰਵ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਉੱਥੇ ਸਪੈਸ਼ਲੀ ਪੁਆਇੰਟ ਆਊਟ ਕਰਾਂ ਵੀ ਇਸ ਕਾਰਨ ਤੋਂ ਇਹ ਪਰਫਾਰਮੈਂਸ ਇਸ ਸਟੈਪ ਨੂੰ ਪ੍ਰੋਪਰਲੀ ਨਹੀਂ ਕਰ ਪਾ ਰਿਹਾ। ਫਿਰ ਜਾਂ ਮੈਂ ਉਸ ਨੂੰ ਰਿਪੀਟ ਕਰਕੇ ਦਿਖਾਵਾਂ ਜਾਂ ਮੈਂ ਤੁਹਾਨੂੰ ਕਰਨ 'ਚ ਹੈਲਪ ਕਰਾਂ, ਔਰ ਉਸ ਦੀ ਪ੍ਰੈਕਟਿਸ ਸਿਰਫ ਉਹਨਾਂ 2 ਸਟੈਪਸ ਦੀ ਦੁਬਾਰਾ ਕਰਾ ਕੇ ਉਹਦੇ 'ਚ ਜਿੰਨਾ ਚਿਰ ਮਾਸਟਰੀ ਗੇਨ ਨਹੀਂ ਹੁੰਦੀ ਮੈਂ ਤੁਹਾਨੂੰ ਉਹਦੇ ਉੱਪਰ ਰੱਖਾਂ, ਔਰ ਜਦੋਂ ਹੀ ਤੁਹਾਡੀ ਮਾਸਟਰੀ ਗੇਨ ਹੋ ਜਾਵੇ ਤਾਂ ਮੈਂ ਤੁਹਾਨੂੰ ਪਰਸਨਲ ਅਸਿਸਟੈਂਸ ਦੇ ਦਿੱਤੀ। ਤਾਂ ਇਸ ਨੂੰ ਕਹਿੰਦੇ ਅੰਡਰ ਆਬਜ਼ਰਵੇਸ਼ਨ। ਅਸੀਂ ਪਹਿਲਾਂ ਬੱਚੇ ਦੀ ਡੈਫੀਸ਼ੀਐਂਸੀ ਜਿਹੜੀ ਹੈ ਉਸ ਨੂੰ ਡਿਟਰਮਿਨ ਕਰਦੇ ਹਾਂ, ਫਿਰ ਅਸੀਂ ਉਸ ਨੂੰ ਅਸਿਸਟ ਕਰਦੇ ਹਾਂ ਉਸ ਡੈਫੀਸ਼ੀਐਂਸੀ ਚੋਂ ਬਾਹਰ ਆਉਣ ਲਈ, ਤੇ ਇਸ ਲਈ ਜਿਹੜਾ ਮੈਥਡ ਵਰਤਿਆ ਜਾਂਦਾ, ਜਿਹੜੀ ਸਟ੍ਰੈਟਜੀ ਫੋਲੋ ਕਰਦੇ ਹਾਂ ਉਸ ਨੂੰ ਅਸੀਂ ਟੀਚਿੰਗ ਟੈਕਨੀਕਸ ਆਖਦੇ ਹਾਂ। ਤਾਂ ਸੁਪਰਵਾਈਜ਼ ਦੀ ਕਿਸ ਤਰ੍ਹਾਂ ਦੀ ਟੈਕਨੀਕ ਹੈ? ਸੁਪਰਵੀਜ਼ਨ ਜਿਹੜੀ ਹੈ ਉਹ ਤਾਂ ਡਾਇਰੈਕਟ ਵੀ ਹੋ ਸਕਦੀ ਹੈ, ਤੁਸੀਂ ਸਾਹਮਣੇ ਪਰਫਾਰਮੈਂਸ ਕਰਾ ਲਓ, ਜਾਂ ਤੁਸੀਂ ਉਹ ਦੇਖਿਆ ਬਿਗ ਬੌਸ 'ਚ ਕਲੋਜ਼ ਸਰਕਟ ਕੈਮਰੇ ਲਾ ਕੇ ਉਹਨਾਂ ਦੀ ਹਰ ਐਕਟੀਵਿਟੀ ਦੇਖਦੇ ਰਹਿੰਦੇ ਆ, ਬਾਅਦ 'ਚੋਂ ਦੇਖਦੇ ਆ ਇਹਨਾਂ ਨੇ ਕੀ ਗਲਤ ਕੀਤਾ, ਤਾਂ ਇਸ ਤਰ੍ਹਾਂ ਨਾਲ ਵੀ ਉਹ ਹੋ ਜਾਂਦੀ ਹੈ। ਤਾਂ ਅਸੀਂ ਸੁਪਰਵਾਈਜ਼ਡ ਟੈਕਨੀਕਸ ਦੇ ਵਿੱਚ ਇਸ ਤਰ੍ਹਾਂ ਟੈਕਨੀਕ ਯੂਟਿਲਾਈਜ਼ ਕਰਦੇ ਹਾਂ। ਮੀਨਿੰਗ ਜਿਹੜਾ ਹੈ ਬੜਾ ਸਿੰਪਲ ਹੈ। Supervised study is a situation for discovery or inquiry in the situation or the material of learning by assessing the good reference materials। ਅਸੀਂ ਕਹਿੰਦੇ ਆ ਕਿ supervised study ਇੱਕ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਹੈ ਜਿਹਦੇ ਵਿੱਚ ਟੀਚਰ ਕੋਸ਼ਿਸ਼ ਕਰਦਾ ਹੈ ਕਿ ਉਹ ਪਹਿਲਾਂ ਸਾਰਾ ਕੰਟੈਂਟ ਮਟੀਰੀਅਲ ਆਪਣੇ ਵੱਲੋਂ ਥੋਰੋ ਸਟੱਡੀ ਕਰਨ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਦੀ ਨੀਡ ਮੁਤਾਬਕ ਇਨਫੋਰਮੇਸ਼ਨ ਦੇਵੇ, ਔਰ ਫਿਰ ਇਹ ਦੇਖਣ ਦੀ ਕੋਸ਼ਿਸ਼ ਕਰੇ ਕਿ ਕਿਹੜਾ ਬੱਚਾ ਅੱਛਾ ਪਰਫਾਰਮ ਕਰ। ਸੌਰੀ ਵੀ ਉਹ ਇੰਟਰਨੈਟ ਇਸ ਟਾਈਮ ਫਾਲ ਕਰ ਦਿੰਦਾ 3 ਲੈਕਚਰਸ ਤੋਂ ਬਾਅਦ ਨਾ। ਤਾਂ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਜਦੋਂ ਪੜਾਉਨੇ ਆ ਤਾਂ ਅਸੀਂ ਇੱਕ ਸਟਰਕਚਰਲ ਲੈਬ ਉਹਦੇ ਵਿੱਚ ਅੰਡਰ ਆਬਜ਼ਰਵੇਸ਼ਨ ਬੱਚੇ ਨੂੰ ਟੀਚ ਕਰਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਉਸ ਦੀ ਪਰਫਾਰਮੈਂਸ ਨੂੰ ਆਬਜ਼ਰਵ ਕਰਦੇ ਹਾਂ, ਔਰ ਫਿਰ ਅਸੀਂ ਉਸ ਦੀ ਜਿਹੜੀ ਹੈ ਲੁੱਕ ਅਪ ਕਰਦੇ ਹਾਂ ਕਿ ਉਹ ਕਿੱਥੇ ਡੈਫੀਸ਼ੀਐਂਸੀ ਸ਼ੋ ਕਰ ਰਿਹਾ, ਤੇ ਉਸ ਡੈਫੀਸ਼ੀਐਂਸੀ ਨੂੰ ਇੰਪਰੂਵ ਕਰਨ ਦੇ ਲਈ ਫਿਰ ਅਸੀਂ ਜਿਹੜਾ ਹੈ ਇੰਸਟਰਕਸ਼ਨ ਦਿੰਨੇ ਆ, ਜਿਸ ਨੂੰ ਅਸੀਂ ਸੁਪਰਵਾਈਜ਼ ਟੈਕਨੀਕ ਆਖਦੇ ਹਾਂ। ਤਾਂ ਜਿਹੜੀ ਸੁਪਰਵਾਈਜ਼ ਸਟੱਡੀ ਹੈ ਕਾਮਨ ਟੈਕਨੀਕ ਹੈ, ਜਿਹੜੀ ਪ੍ਰੋਬਲਮ ਸੋਲਵਿੰਗ ਹੈ, ਔਰ ਬੱਚੇ ਦੀ ਰੈਮੇਡੀ ਜਿਹੜੀ ਹੈ ਸਕਿੱਲ ਦੀ ਪ੍ਰੋਬਲਮ ਹੈ ਉਸ ਦੀ ਰੈਮੇਡੀ ਹੈ, ਔਰ ਇਹ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਜਿਹੜੀ ਕੰਪੀਟੈਂਸ ਡਿਵੈਲਪ ਕਰਨ ਦੇ ਵਾਸਤੇ ਇੰਡੀਵਿਜੂਅਲ ਇੰਸਟਰਕਸ਼ਨ ਫੇਸ ਕਰਦੀ ਹੈ ਕਿ ਬੱਚਾ ਇੱਕ ਏਰੀਆ 'ਚ ਵੀਕ ਹੈ, ਉਸ ਨੂੰ ਪਰਸਨਲ ਟਿਊਸ਼ਨ ਦੇਵਾਂਗੇ, ਉਸ ਨੂੰ ਪਰਸਨਲ ਅਸਿਸਟੈਂਸ ਦੇਵਾਂਗੇ, ਉਸੇ ਵਾਸਤੇ ਭਾਵੇਂ 0 ਪੀਰੀਅਡ ਲਗਾਉਣਾ ਪਵੇ, ਭਾਵੇਂ ਸਪੈਸ਼ਲ ਪੀਰੀਅਡ ਅਰੇਂਜ ਕਰਨਾ ਪਵੇ,
ਜਾਂ ਕਿਸ ਤਰ੍ਹਾਂ ਦੀ ਹੋਰ ਅਸਿਸਟੈਂਸ ਦੇਣੀ ਪਵੇ, ਅਸੀਂ ਉਹ ਅਸਿਸਟੈਂਸ ਪ੍ਰੋਵਾਈਡ ਕਰਨ ਨੂੰ ਸੁਪਰਵਾਈਜ਼ ਟੈਕਨੀਕ ਆਖਦੇ ਹਾਂ। ਸਿਨੋਨਿਮਸ ਬਹੁਤ ਸਾਰੇ ਨੇ, ਸੁਪਰਵਾਈਜ਼ ਲਰਨਿੰਗ ਹੈ, ਡਾਇਰੈਕਟਡ ਲਰਨਿੰਗ ਹੈ, ਡਾਇਰੈਕਟਡ ਸਟੱਡੀ ਨੇ ਜਾਂ ਕੁਝ ਵੀ। ਔਰ ਮੇਨ ਏਮ ਇਹੀ ਹੈ ਕਿ ਅਸੀਂ ਉਹਨਾਂ ਦੀ ਡੈਫੀਸ਼ੀਐਂਸੀ ਲਈ ਰੈਮਡੀਅਲ ਟੀਚਿੰਗ ਕਰਦੇ ਹਾਂ। ਡੈਫੀਨੇਸ਼ਨ ਇੱਕ ਦੋ ਦੇਖ ਲਵਾਂਗੇ। ਸੁਪਰਵਾਈਜ਼ ਸਟੱਡੀ ਇਜ਼ ਐਨ ਅਪਰਚੁਨਿਟੀ ਬੋਥ ਫਾਰ ਦਾ ਪਿਊਪਲ ਟੂ ਸਟੱਡੀ ਅੰਡਰ ਦਾ ਗਾਈਡੈਂਸ ਐਂਡ ਫਾਰ ਦਾ ਟੀਚਰ ਟੂ ਸੁਪਰਵਾਈਜ਼ ਐਂਡ ਗਾਈਡ ਦਾ ਸਟੱਡੀ। ਇਹਦੇ ਵਿੱਚ ਇੱਕ ਕਲੋਜ਼ ਕੰਟੈਕਟ ਦੇ ਵਿੱਚ ਪੜ੍ਹਨਾ ਹੈ, ਜਿਹਦੇ ਵਿੱਚ ਦੋਨਾਂ ਲਈ ਲਰਨਿੰਗ ਹੈ। ਬੱਚਾ ਅੰਡਰ ਗਾਈਡੈਂਸ ਪੜ੍ਹ ਰਿਹਾ ਔਰ ਸਟੈਪ ਬਾय ਸਟੈਪ ਹੱਥ ਫੜ ਕੇ ਟੀਚਰ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰੇਗਾ, ਔਰ ਟੀਚਰ ਲਈ ਇਹ ਹੈ ਕਿ ਬੱਚੇ ਨੂੰ ਮਿਨਿਊਟਲੀ ਅਬਜ਼ਰਵ ਕਰ ਸਕਦਾ ਔਰ ਜਿੱਥੇ ਹੀ ਜਦੋਂ ਹੀ ਉਹ ਗਲਤੀ ਕਰਦਾ ਉਹ ਉਸੇ ਟਾਈਮ ਪਰਸਨਲ ਅਸਿਸਟੈਂਸ ਦੇ ਸਕਦਾ। ਤਾਂ ਇਸ ਤਰ੍ਹਾਂ ਨਾਲ ਅਸੀਂ ਸੁਪਰਵਾਈਜ਼ ਸਟੱਡੀ ਨੂੰ ਸਮਝਦੇ ਹਾਂ। ਸੁਪਰਵਾਈਜ਼ ਸਟੱਡੀ ਜਿਹੜੀ ਹੈ ਇਸ ਦੇ ਤਿੰਨ ਐਸੈਂਸ਼ੀਅਲ ਐਲੀਮੈਂਟਸ ਨੇ। ਪਹਿਲਾ ਹੈ ਕਿ ਪਿਊਪਲ ਡਾਇਰੈਕਸ਼ਨ ਹੈ, ਔਰ ਜਿਹੜੀ ਇਹ ਸੁਪਰਵਾਈਜ਼ ਕਰਦਾ ਹੈ ਟੀਚਰ, ਔਰ ਇਹ ਇੱਕ ਟੈਕਨੀਕ ਦੇ ਤੌਰ ਤੇ ਰੈਮਡੀ ਪ੍ਰੋਵਾਈਡ ਕਰਦੀ ਹੈ। ਅਸੀਂ ਡਾਇਰੈਕਸ਼ਨ ਨੂੰ ਸਮਝਦੇ ਹਾਂ ਕਿ ਇਹ ਇੱਕ ਐਸੈਂਸ਼ੀਅਲ ਐਲੀਮੈਂਟ ਹੈ ਸੁਪਰਵਾਈਜ਼ ਸਟੱਡੀ ਦਾ, ਜਿਹਦੇ ਵਿੱਚ ਅਸੀਂ ਪ੍ਰੋਪਰ ਗਾਈਡੈਂਸ ਦੇਣੀ ਹੈ ਲਰਨਰ ਨੂੰ ਟੂ ਅਕਵਾਇਰ ਦਾ ਐਫੀਸ਼ੀਐਂਸੀ। ਕਿਉਂਕਿ ਅਸੀਂ ਕਹਿੰਦੇ ਹਾਂ ਕਿ ਸਟੂਡੈਂਟ ਇਜ਼ ਵਿਦ ਸਮ ਡੈਫੀਸ਼ੀਐਂਸੀ, ਉਹਦੇ ਕੋਲ ਸਕਿੱਲ ਨਹੀਂ ਹੈ। ਸਕਿੱਲ ਕੀ ਨਹੀਂ ਹੈ? ਉਹਨੂੰ ਨੂਮੈਰਿਕਸ ਨਹੀਂ ਆਉਂਦਾ, ਜਾਂ ਉਸਨੂੰ ਕੋਈ ਰੀਡਿੰਗ ਨਹੀਂ ਆਉਂਦੀ, ਜਾਂ ਉਸਨੂੰ ਰਾਈਟਿੰਗ ਨਹੀਂ ਆਉਂਦੀ। ਤਿੰਨ ਐਫੀਸ਼ੀਐਂਸੀਜ਼ ਜਿਹੜੀਆਂ ਨੇ ਅਸੀਂ ਡਿਵੈਲਪ ਕਰਨੀਆਂ ਨੇ। ਤਾਂ ਇਸੇ ਕਾਰਨ ਅਸੀਂ ਕਹਿੰਦੇ ਹਾਂ ਕਿ ਇਹਨਾਂ ਹੈਬਿਟਸ ਦੇ ਵਿੱਚ ਜਿਹੜੀ ਹੈ, ਜਾਂ ਉਸਦੀ ਰੀਡਿੰਗ ਹੈਬਿਟ ਹੀ ਅੱਛੀ ਨਹੀਂ ਹੈ, ਜਾਂ ਉਸਦੀ ਜਿਹੜੀ ਹੈ ਪਰਸਨਲ ਸਟੱਡੀ ਹੈਬਿਟ ਜਿਹੜੀ ਹੈ, ਸੈਲਫ ਸਟੱਡੀ ਹੈਬਿਟ ਨਹੀਂ ਹੈ, ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਅਸਿਸਟੈਂਸ ਦੇਣ ਦੇ ਵਾਸਤੇ ਜਿਹੜੀ ਗਾਈਡੈਂਸ ਦਿੰਦੇ ਹਾਂ ਅਸੀਂ ਉਸਨੂੰ ਪਰਸਨਲ ਗਾਈਡੈਂਸ ਆਖਦੇ ਹਾਂ। ਅਗਲੀ ਗੱਲ ਹੈ ਕਿ ਟੈਕਨੀਕ, ਇਹ ਸੈਕੰਡ ਐਲੀਮੈਂਟ ਹੈ। ਟੈਕਨੀਕ ਇਜ਼ ਅ ਫਾਰਮਲ ਪ੍ਰੋਸੀਜਰ ਬਾਈ ਵਿਚ ਸਕੂਲ ਐਜ਼ ਐਨ ਇੰਸਟੀਟਿਊਸ਼ਨ ਫਰਨਿਸ਼ ਦਾ ਪਿਊਪਲ ਡਾਇਰੈਕਸ਼ਨਸ। ਇਹ ਪਰਸਨਲ ਟਿਊਸ਼ਨ ਨਹੀਂ ਹੈ, ਇਹ ਪ੍ਰਾਈਵੇਟ ਟਿਊਸ਼ਨ ਨਹੀਂ ਹੈ, ਇਹ ਫਾਰਮਲ ਟੀਚਿੰਗ ਦੀ ਇੱਕ ਟੈਕਨੀਕ ਹੈ। ਫਾਰਮਲ ਟੀਚਿੰਗ ਦਾ ਇੱਕ ਮੈਥਡ ਹੈ ਜਿਹਦੇ ਵਿੱਚ ਜਿਹੜਾ ਹੈਡ ਹੈ ਉਹ ਰੈਮਡੀਅਲ ਸਟੂਡੈਂਟਸ ਜਾਂ ਜਿਹੜੇ ਸਲੋ ਲਰਨਰ ਸਟੂਡੈਂਟਸ ਨੇ ਉਹਨਾਂ ਦੀ ਗਰੁੱਪਿੰਗ ਕਰਕੇ ਫਿਰ ਉਹਨਾਂ ਨੂੰ ਪਰਸਨਲ ਅਸਿਸਟੈਂਸ ਵਾਸਤੇ ਅਰੇਂਜਮੈਂਟਸ ਕਰਕੇ ਦਿੰਦਾ। ਇਸੇ ਕਾਰਨ ਇਸ ਨੂੰ ਟੈਕਨੀਕ ਆਖਦੇ ਹਾਂ। ਅਗਲੀ ਗੱਲ ਜਿਹੜੀ ਇਹਦੇ ਵਿੱਚ ਕਰਾਂਗੇ ਉਹ ਹੈ ਥਰਡ ਸੁਪਰਵਾਈਜ਼। ਸੁਪਰਵਾਈਜ਼ ਦਾ ਮਤਲਬ ਹੈ ਅੰਡਰ ਆਬਜ਼ਰਵੇਸ਼ਨ। ਉਹ ਕਹਿੰਦਾ ਕੰਬੀਨੇਸ਼ਨ ਆਫ ਟੂ ਐਲੀਮੈਂਟ, ਫਸਟ ਇਜ਼ ਡਾਇਰੈਕਸ਼ਨ ਐਂਡ ਟੈਕਨੀਕ। ਇਹਦੇ ਵਿੱਚ ਅਸੀਂ ਕਰਦੇ ਕੀ ਆ ਕਿ ਅਸੀਂ ਸੁਪਰਵਿਜ਼ਨ ਕਰਦੇ ਆ ਆਫ ਦਾ ਬਿਹੇਵੀਅਰ ਆਫ ਦਾ ਚਾਈਲਡ ਡਿਊਰਿੰਗ ਦਾ ਐਕਟੀਵਿਟੀ। ਜਦੋਂ ਬੱਚਾ ਕੋਈ ਕੰਮ ਕਰ ਰਿਹਾ ਹੁੰਦਾ ਉਸ ਟਾਈਮ ਤੇ ਦੇਖਦੇ ਆ। ਮੰਨ ਲਓ ਕਿ ਬੱਚਾ ਅਸੀਂ ਐਸੇ ਰਾਈਟਿੰਗ ਹੀ ਕਰਵਾ ਰਹੇ ਹੋਈਏ ਕਲਾਸ ਦੇ ਵਿੱਚ, ਤਾਂ ਟੀਚਰ ਜਦੋਂ ਰਾਉਂਡ ਲੈਂਦਾ ਉਹ ਆਇਡੈਂਟੀਫਾਈ ਕਰਦਾ ਕਿ ਕਿਹੜੇ ਬੱਚੇ ਦੀ ਹੈਂਡਰਾਈਟਿੰਗ ਅੱਛੀ ਹੈ, ਕਿਹੜੇ ਬੱਚੇ ਦੀ ਪ੍ਰੈਜੈਂਟੇਸ਼ਨ ਅੱਛੀ ਹੈ, ਕਿਹੜਾ ਬੱਚਾ ਵਾਰ-ਵਾਰ ਜਿਹੜਾ ਹੈ ਸੈਂਟੈਂਸ ਜਿਹੜਾ ਕਟਿੰਗ ਕਰ ਰਿਹਾ ਹੈ, ਓਵਰ ਰਾਈਟਿੰਗ ਕਰ ਰਿਹਾ ਹੈ, ਕਿਹੜਾ ਬੱਚਾ ਬੜੀ ਅੱਛੀ ਗ੍ਰਾਫਿਕਸ ਦੇ ਨਾਲ ਆ ਰਿਹਾ। ਤਾਂ ਅਸੀਂ ਉਹ ਅੰਡਰ ਆਬਜ਼ਰਵੇਸ਼ਨ ਬੱਚੇ ਦਾ ਬਿਹੇਵੀਅਰ ਜਿਹੜਾ ਹੈ ਉਸ ਨੂੰ ਦੇਖਦੇ ਹਾਂ। ਤਾਂ ਇਸ ਕਾਰਨ ਇਹਦੇ ਵਿੱਚ ਅਸੀਂ ਤਿੰਨ ਟਰਮਾਂ ਨੂੰ ਲੈਣੇ ਆ। ਆਮ ਤੌਰ ਤੇ ਪ੍ਰਿੰਸੀਪਲਸ ਇਹਦੇ ਵਿੱਚ ਜਿਹੜੇ ਫੋਲੋ ਕੀਤੇ ਜਾਂਦੇ ਆ ਉਹ ਹੈਗੇ ਆ ਕਿ ਇੱਕ ਤਾਂ ਇੰਡੀਵਿਜੂਅਲ ਡਿਫਰੈਂਸਸ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਨੇ ਔਰ ਵੀ ਕੰਸੀਡਰ them। ਅਸੀਂ ਕਹਿੰਦੇ ਆ ਆਲ ਆਰ ਨਾਟ ਅਲਾਈਕ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਨੂੰ ਇੰਡੀਵਿਜੂਅਲ ਡਿਫਰੈਂਸਸ ਨੂੰ ਕੰਸੀਡਰ ਕਰਨਾ ਹੈ। ਔਰ ਬੱਚਾ ਜਿਹੜਾ ਹੈ ਜਦੋਂ ਹੀ ਤੁਸੀਂ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਟੀਚਰ ਤਾਂ ਇੱਕੋ ਜਿਹਾ ਪੜਾਉਂਦਾ ਹੈ, ਟੀਚਰ ਤਾਂ ਇੱਕੋ ਜਿਹਾ ਪੜਾਉਂਦਾ ਹੈ, ਸੂਰਜ ਤਾਂ ਸਭ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ, ਕੁਝ ਗੋਰੇ ਕੁਝ ਕਾਲੇ ਕੁਝ ਲੰਬੇ ਕੁਝ ਮਧਰੇ ਕਿਉਂ ਹੋ ਜਾਂਦੇ ਨੇ? ਕਿਉਂਕਿ ਵੀ ਹੈਵ ਇੰਡੀਵਿਜੂਅਲ ਡਿਫਰੈਂਸ, ਇਨਹਰਟਡ ਇੰਡੀਵਿਜੂਅਲ ਡਿਫਰੈਂਸਸ ਨੇ ਸਾਡੇ ਅੰਦਰ, ਜਿਹਦੇ ਵਿੱਚ ਸਾਡੀ ਜਿਹੜੀ ਹੈ ਕੈਲੀਬਰ ਪੋਟੈਂਸ਼ੀਅਲ ਜਿਹੜਾ ਹੈ ਪਹਿਲਾਂ ਤੋਂ ਡਿਸਾਈਡਡ ਹੈ। ਔਰ ਜਦੋਂ ਤੁਸੀਂ ਕਲਾਸ ਨੂੰ ਕਹਿੰਦੇ ਹੋ ਨੇਚਰ ਆਫ ਸੋਸਾਇਟੀ ਹੈ ਤਾਂ ਤੁਹਾਡੇ ਕੋਲ ਹਰ ਤਰ੍ਹਾਂ ਦਾ ਬੱਚਾ ਆਏਗਾ, ਗਿਫਟਡ ਵੀ ਆਏਗਾ, ਅਬਵ ਐਵਰੇਜ ਵੀ ਆਏਗਾ, ਐਵਰੇਜ ਵੀ ਆਏਗਾ, ਬਿਲੋ ਐਵਰੇਜ ਵੀ ਆਏਗਾ ਔਰ ਪੂਅਰ ਵੀ ਆਏਗਾ। ਤਾਂ ਸਾਨੂੰ ਇਹ ਚੀਜ਼ ਨੂੰ ਕੰਸੀਡਰ ਕਰਦੇ ਹੋਏ ਅਸੀਂ ਸੁਪਰਵਾਈਜ਼ ਸਟੱਡੀ ਕੰਮ ਕਰਦੇ ਹਾਂ। ਪਾਰਟਿਸਿਪੇਸ਼ਨ ਇਨ ਐਕਟੀਵਿਟੀਜ਼ ਬੈਸਟ ਵੇ ਆਫ ਲਰਨਿੰਗ। ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ ਜੇ ਤੁਸੀਂ ਐਕਟੀਵਿਟੀ 'ਚ ਇਨਵੋਲਵ ਕਰਵਾਓ ਇਨਸਟੈਡ ਕਿ ਤੁਸੀਂ ਉੱਥੇ ਲੈਕਚਰ ਦਿਓ ਔਰ ਬੱਚਾ ਪੈਸਿਵ ਬੈਠਾ ਰਹੇ। ਜਦੋਂ ਬੱਚਾ ਪੈਸਿਵ ਹੈ ਤੁਸੀਂ ਉਸਦੇ ਬਿਹੇਵੀਅਰ ਨੂੰ, ਉਸ ਦੀਆਂ ਡੈਫੀਸ਼ੀਐਂਸੀਜ਼ ਨੂੰ ਬੈਟਰ ਵੇ ਨਾਲ ਅਬਜ਼ਰਵ ਨਹੀਂ ਕਰ ਪਾਉਂਦੇ, ਕਿਉਂਕਿ ਉਹ ਕੁਝ ਐਕਟੀਵਿਟੀ ਨਹੀਂ ਕਰਦਾ, ਉਹ ਕੁਝ ਪਾਰਟਿਸਿਪੇਸ਼ਨ ਦੇ ਵਿੱਚ ਕੁਝ ਆਪਣੇ ਆਪ ਨੂੰ ਸ਼ੋ ਹੀ ਨਹੀਂ ਕਰ ਰਿਹਾ। ਤੇ ਜਦੋਂ ਐਕਟੀਵਿਟੀ 'ਚ ਉਦੋਂ ਸ਼ੋ ਕਰੇਗਾ, ਜਦੋਂ ਸ਼ੋ ਕਰੇਗਾ ਤਾਂ ਡੈਫੀਸ਼ੀਐਂਸੀਜ਼ ਪਤਾ ਲੱਗਣਗੀਆਂ। ਫਿਰ ਅਗਲੀ ਗੱਲ ਹੈ ਕਿ ਇਹ ਸੈਲਫ ਡਿਪੈਂਡੈਂਸੀ ਲੈ ਕੇ ਆਉਂਦੀ ਹੈ ਔਰ ਸੈਲਫ ਕੌਨਫੀਡੈਂਸ ਗੇਨ ਕਰਨ 'ਚ ਹੈਲਪ ਕਰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਬੱਚਾ ਡੈਫੀਸ਼ੀਐਂਸੀ ਨਾਲ ਹੈ, ਜਦੋਂ ਡੈਫੀਸ਼ੀਐਂਸੀ ਨਾਲ ਹੈ ਤਾਂ ਲੋ ਸਟੀਮ ਬੱਚਾ ਹੈ, ਉਹਦੇ ਵਿੱਚ ਕੌਨਫੀਡੈਂਸ ਲੈਕ ਕਰਦਾ ਹੈ। ਪਰ ਜਦੋਂ ਅਸੀਂ ਉਸ ਨੂੰ ਰੈਮਡੀ ਦੇ ਕੇ ਉਸੇ ਡੈਫੀਸ਼ੀਐਂਸੀ ਨੂੰ ਇੰਪਰੂਵ ਕਰ ਦਿੰਦੇ ਹਾਂ ਤਾਂ ਫਿਰ ਉਹ ਬੱਚਾ ਸੈਲਫ ਡਿਪੈਂਡੈਂਟ ਬਣ ਜਾਂਦਾ ਹੈ ਔਰ ਉਹ ਕੌਨਫੀਡੈਂਸ ਗੇਨ ਕਰਦਾ ਹੈ। ਇਸ ਲਈ ਟੀਚਰ ਜਿਹੜਾ ਹੈ ਇਸ ਨੂੰ ਯੂਜ਼ ਕਰਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਟੀਚਰ ਹੈ ਉਹਦੇ ਵਿੱਚ ਇੱਕ ਇਨਸਾਈਟ ਹੋਣੀ ਚਾਹੀਦੀ ਹੈ, ਉਹਦੇ ਵਿੱਚ ਇੱਕ ਸਮਝ ਹੋਣੀ ਚਾਹੀਦੀ ਹੈ ਬੱਚੇ ਨੂੰ ਸਮਝਣ ਦੀ।
ਕਈ ਵਾਰ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ এনवायरमेंटल ਹੁੰਦੀਆਂ ਨੇ, ਕਈ ਵਾਰ ਪ੍ਰੋਬਲਮ ਇਨਹਰਟਡ ਹੁੰਦੀਆਂ ਨੇ, ਕਈ ਵਾਰ ਪ੍ਰੋਬਲਮ ਮੈਥਡ ਦੀਆਂ ਹੁੰਦੀਆਂ ਨੇ। ਜੇਕਰ ਪ੍ਰੋਬਲਮ ਇਨਹਰਟਡ ਪ੍ਰੋਬਲਮ ਹੈ ਫਿਰ ਤਾਂ ਸਾਡਾ এনवायरमेंट ਇਹਨਾਂ ਜਿਹੜਾ ਹੈ ਗਿਲਟੀ ਨਹੀਂ ਹੈ। ਪਰ ਜੇਕਰ ਸਾਡੀ ਪ੍ਰੋਬਲਮ ਬੱਚੇ ਦੀ ਅੰਡਰਸਟੈਂਡਿੰਗ ਦੀ, ਤੁਹਾਡੀ ਟੀਚਿੰਗ ਮੈਥਡ ਨਾਲ, ਤੁਹਾਡੀ ਕਮਿਊਨੀਕੇਸ਼ਨ ਸਕਿੱਲ ਨਾਲ, ਤੁਹਾਡੇ ਕੰਟੈਂਟ ਨਾਲ ਜੁੜੀ ਹੋਈ ਹੈ ਤਾਂ ਤੁਸੀਂ ਉੱਥੇ ਇਹ ਤੁਹਾਨੂੰ ਇਨਸਾਈਟ ਹੋਣੀ ਚਾਹੀਦੀ ਹੈ ਕਿ ਬੱਚੇ ਦਾ ਕੈਲੀਬਰ, ਕਈ ਵਾਰ ਤਾਂ ਗਿਫਟਡ ਬੱਚਾ ਵੀ ਨਹੀਂ ਸਮਝ ਪਾਉਂਦਾ, ਲੈਕਚਰ ਹੀ ਇੰਨਾ ਬੋਰਿੰਗ ਹੁੰਦਾ, ਲੈਕਚਰ ਹੀ ਇੰਨਾ ਕੰਪਲੈਕਸ ਟਾਈਪ ਨਾਲ ਦਿੱਤਾ ਜਾਂਦਾ ਕਿ ਬੱਚੇ ਨੂੰ ਸਮਝ ਨਹੀਂ ਆਉਂਦਾ, ਤਾਂ ਫਿਰ ਉਹ ਸਮੱਸਿਆ ਟੀਚਰ ਦੇ ਪਾਰਟ ਤੇ ਹੈ। ਪਰ ਜੇਕਰ ਇਨਹਰਟਡ ਹੈ ਤਾਂ ਅਸੀਂ ਉਸ ਨੂੰ ਹੈਲਪ ਕਰਨੀ ਹੈ। ਇਸ ਵਾਸਤੇ ਤੁਹਾਡੇ ਕੋਲ ਇਨਸਾਈਟ ਹੋਣੀ ਚਾਹੀਦੀ ਕਿ ਪ੍ਰੋਬਲਮ ਦਾ ਨੇਚਰ ਕੀ ਹੈ। ਅਗਲੀ ਗੱਲ ਇਹ ਹੈ ਕਿ ਅਸੀਂ ਜਦੋਂ ਟਾਸਕ ਅਸਾਈਨ ਕਰੀਏ ਬੱਚੇ ਦੀ ਮੈਂਟਲ ਏਜ ਵੀ ਦੇਖ ਲੈਣੀ ਹੈ। ਜਦੋਂ ਐਕਟੀਵਿਟੀ ਹੋਵੇ ਤਾਂ 9th ਦੇ ਬੱਚੇ ਨੂੰ 9th ਦੇ ਲੈਵਲ ਦਾ ਸਰਵੇ ਹੀ ਦੇਣਾ ਚਾਹੀਦਾ ਹੈ, ਉਹਨੂੰ PhD ਦਾ ਟੌਪਿਕ ਨਹੀਂ ਅਸਾਈਨ ਕਰ ਦੇਣਾ ਚਾਹੀਦਾ। ਅਗਲੀ ਗੱਲ ਇਹਦੇ ਵਿੱਚ ਕੰਸੀਡਰ ਕਰਨੀ ਹੈ ਕਿ ਫਿਜ਼ੀਕਲ ਔਰ ਸਾਈਕੋਲੋਜੀਕਲ ਐਬਿਲਿਟੀ ਐਂਡ ਇੰਟਰਸਟ ਬੱਚੇ ਦਾ ਵੇਰੀ ਕਰਦਾ ਹੈ। ਜੇਕਰ ਕੋਈ ਬੱਚਾ ਮੈਥਮੈਟਿਕਸ ਅੱਛਾ ਨਹੀਂ ਹੈ ਤੇ ਤੁਸੀਂ ਉਸ ਨੂੰ ਹਰ ਵਾਰੀ ਪ੍ਰੋਜੈਕਟ ਸਟੈਟਿਸਟਿਕਸ ਦਾ ਅਸਾਈਨ ਕਰ ਦਿਓ, ਉਹਦੇ ਇੰਟਰਸਟ 'ਚ ਨਹੀਂ ਹੈ, ਠੀਕ ਹੈ, ਉਹ ਉਹਦੇ ਮੈਂਟਲ ਕੈਲੀਬਰ ਦਾ ਨਹੀਂ ਹੈ, ਤਾਂ ਉਹ ਬੱਚਾ ਉੱਥੇ ਹਮੇਸ਼ਾ ਹੀ ਲੋ ਪਰਫਾਰਮ ਕਰੇਗਾ। ਜੇਕਰ ਤੁਸੀਂ ਇਸ ਤਰ੍ਹਾਂ ਟਾਰਗੇਟ ਕਰਕੇ ਅਸਾਈਨ ਕਰਦੇ ਹੋ ਤਾਂ ਉਹਦੇ ਵਿੱਚ ਬੱਚੇ ਦਾ ਦੋਸ਼ ਨਹੀਂ ਹੈ, ਉਹਦੇ ਉੱਥੇ ਇਹ ਜਿਹੜੀ ਹੈ ਕੰਮ ਨਹੀਂ ਕਰੇਗੀ। ਤਾਂ ਅਸੀਂ ਇਹ ਚੀਜ਼ ਨੂੰ ਦੇਖਦੇ ਹਾਂ ਕਿ ਬੱਚੇ ਦੀ ਫਿਜ਼ੀਕਲ ਕੈਪੈਸਿਟੀ, ਬੱਚੇ ਦਾ ਸਾਈਕੋਲੋਜੀਕਲ ਐਬਿਲਿਟੀਜ਼ ਔਰ ਬੱਚੇ ਦੇ ਇੰਟਰਸਟ ਦੇ ਅਕੋਰਡਿੰਗ ਅਸੀਂ ਜਦੋਂ ਉਸ ਨੂੰ ਟਾਸਕ ਅਸਾਈਨ ਕਰਦੇ ਹਾਂ, ਜੇ ਫਿਰ ਵੀ ਉਹ ਡੈਫੀਸ਼ੀਐਂਸੀ ਸ਼ੋ ਕਰਦਾ ਤਾਂ ਉਹਦੇ ਲਈ ਅਸੀਂ ਇਸ ਨੂੰ ਯੂਜ਼ ਕਰਾਂਗੇ। ਫਿਰ ਹੈ ਕਿ ਇਹਦੇ ਵਿੱਚ ਰੈਸ਼ਨਲ ਤੇ ਸਾਇੰਟੀਫਿਕ ਵੇ ਹੈ ਕਿ ਕਾਜ਼ ਰਿਲੇਸ਼ਨ ਜਿਹੜਾ ਹੈ ਉਸ ਨੂੰ ਟ੍ਰੇਸ ਕਰਨਾ ਹੈ, ਕਿਉਂ ਬੱਚਾ ਲੋ ਪਰਫਾਰਮ ਕਰ ਰਿਹਾ ਔਰ ਉਹਨਾਂ ਰੂਟ ਕਾਜ਼ ਨੂੰ ਹਟਾ ਦੇਣਾ ਹੈ। ਜਦੋਂ ਅਸੀਂ ਸਿਸਟਮੈਟਿਕਲੀ ਇਸ ਤੇ ਕੰਮ ਕਰਦੇ ਹਾਂ ਤਾਂ ਬੱਚਾ ਜਿਹੜਾ ਹੈ ਉਹ ਆਪਣੀ ਲਰਨਿੰਗ ਨੂੰ ਬੈਟਰ ਕਰ ਪਾਉਂਦਾ। ਤਾਂ ਇੱਕ ਤਰ੍ਹਾਂ ਦੀ ਪਰਸਨਲ ਅਸਿਸਟੈਂਸ ਹੈ ਜਿਹਦੇ ਵਿੱਚ ਅਸੀਂ ਬੱਚੇ ਨੂੰ ਆਪਣੀ ਲਰਨਿੰਗ ਐਬਿਲਿਟੀ ਨੂੰ ਰਿਫਾਈਨ ਕਰਨ ਦੇ ਵਿੱਚ ਕੰਮ ਕਰਦੇ ਹਾਂ। ਔਰ ਅਗਲੀ ਗੱਲ ਹੈ ਕਿ ਇੰਡੀਵਿਜੂਅਲ ਅਟੈਂਸ਼ਨ ਦਿੰਦੇ ਹਾਂ, ਸੁਪਰਵਾਈਜ਼ ਕਰ ਰਹੇ ਹਾਂ। ਛੋਟੇ ਛੋਟੇ ਗਰੁੱਪ ਨੇ ਡੈਫੀਸ਼ੀਐਂਸੀ ਦੇ ਨਾਲ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਔਰ ਪਰਸਨਲ ਟ੍ਰੇਨਿੰਗ ਹੈ, 1 by 1 ਕੰਟੈਕਟ ਹੈ, ਇਸ ਕਰਕੇ ਅਸੀਂ ਬੱਚੇ ਨੂੰ ਬੈਟਰ ਟੀਚ ਕਰ ਪਾਵਾਂਗੇ। ਫਿਰ ਹੈ ਸਕਿੱਲ ਡਿਵੈਲਪਮੈਂਟ ਹੈ। ਅਸੀਂ ਪਹਿਲੇ ਕਿਹਾ ਰੀਡਿੰਗ, ਰਾਈਟਿੰਗ ਔਰ ਜਿਹੜਾ ਅਰਥਮੈਟਿਕਸ, ਇਸ ਤਰ੍ਹਾਂ ਦੀਆਂ ਜਿਹੜੀਆਂ ਸਕਿੱਲਸ ਨੇ ਜਿਨ੍ਹਾਂ ਨੂੰ ਅਸੀਂ ਇੰਪਰੂਵ ਕਰਨਾ ਹੈ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਹੈ। ਇਹਦੇ ਵਿੱਚ ਬੱਚਾ ਸੈਲਫ ਐਫਰਟਸ ਦੇ ਨਾਲ ਸਿੱਖਦਾ ਹੈ। ਅਸੀਂ ਹਰ ਬੱਚੇ ਦੇ ਇੰਡੀਵਿਜੂਅਲ ਡਿਫਰੈਂਸਿਸ ਨੂੰ ਕੈਟਰ ਕਰਦੇ ਹੋਏ ਗਰੁੱਪਿੰਗ ਕਰਦੇ ਹਾਂ ਔਰ ਜਿਵੇਂ ਹੀ ਬੱਚਾ ਜੇ ਸਲੋ ਲਰਨਰ ਹੈ ਤਾਂ ਉਸ ਨੂੰ ਥੋੜਾ ਟਾਈਮ ਦੇ ਕੇ ਸਿਖਾਉਂਦੇ ਹਾਂ ਤਾਂ ਕਿ ਉਹ ਐਟ ਪਾਰ ਆ ਜਾਵੇ। ਉਸ ਤੋਂ ਬਾਅਦ ਹੈ ਕਿ ਇਹ ਇੱਕ ਤਰ੍ਹਾਂ ਦਾ ਰੈਮਡੀਅਲ ਕਲਾਸਰੂਮ ਟੀਚਿੰਗ ਹੈ, ਇਹ ਨਾਰਮਲ ਕਲਾਸਰੂਮ ਦਾ ਮੈਥਡ ਨਹੀਂ ਹੈ, ਇਸ ਕਰਕੇ ਟੈਕਨੀਕ ਹਰ ਜਗ੍ਹਾ ਯੂਜ਼ ਨਹੀਂ ਕਰਦੇ। ਟੈਕਨੀਕ ਸਿਰਫ ਉਦੋਂ ਯੂਜ਼ ਕਰਦੇ ਆ ਜਦੋਂ ਬੱਚਿਆਂ ਦੇ ਗ੍ਰੇ ਏਰੀਆ ਸਾਨੂੰ ਪਤਾ ਹੁੰਦੇ ਆ ਔਰ ਬੱਚੇ ਬੜੀ ਪ੍ਰੋਬਲਮੈਟਿਕ ਸਿਚੁਏਸ਼ਨ 'ਚ ਆ ਜਾਂਦੇ ਆ, ਤਾਂ ਅਸੀਂ ਇੱਥੇ ਜਿਹੜਾ ਹੈ ਇਸ ਦੀ ਗੱਲ ਕਰਾਂਗੇ। ਫਿਰ ਅਸੀਂ ਸੁਪਰਵਾਈਜ਼ਡ ਟੈਕਨੀਕਸ ਜਿਹੜੀ ਹੈ ਇਸ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਟੈਕਨੀਕਸ ਜਿਹੜੀਆਂ ਨੇ ਉਹ ਯੂਜ਼ ਕੀਤੀਆਂ ਜਾਂਦੀਆਂ ਨੇ। ਇੱਕ ਟੈਕਨੀਕ ਇਹਦੇ ਵਿੱਚ ਮੈਥਡ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ ਸਟੱਡੀ ਹਾਲ। ਇਹ ਕਹਿੰਦੇ ਆ ਕਿ ਹਰ ਕਲਾਸ ਦੇ ਵਿੱਚ ਹਰ ਸਬਜੈਕਟ ਦਾ ਆਪਣਾ ਇੱਕ ਸਪੈਸ਼ਲ ਕਲਾਸਰੂਮ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਰੈਮਡੀਅਲ ਟੀਚਿੰਗ ਕਰ ਸਕੀਏ, ਜਿੱਥੇ ਅਸੀਂ ਸੁਪਰਵਾਈਜ਼ਡ ਟੈਕਨੀਕ ਦੇ ਅੰਡਰ ਬੱਚੇ ਨੂੰ ਪੜ੍ਹਾ ਸਕੀਏ। ਉੱਥੇ ਸਟੱਡੀ ਪੀਰੀਅਡ ਜਿਹੜਾ ਹੈ ਉੱਥੇ ਸੈਪਰੇਟ ਡਰਿਲ ਪੋਸੀਬਲ ਹੋਣੀ ਚਾਹੀਦੀ ਹੈ। ਜਿਵੇਂ ਮੈਥਮੈਟਿਕਸ ਵਾਲਿਆਂ ਦੀ, ਪ੍ਰਾਇਮਰੀ ਦੇ ਬੱਚਿਆਂ ਦੀ ਬੜੀ ਪ੍ਰੋਬਲਮ ਹੁੰਦੀ ਹੈ ਕਿ ਟੇਬਲ ਜਿਹੜੇ ਨੇ ਉਹ ਰਿਸਾਈਟ ਕਰਾਉਣੇ ਪੈਂਦੇ ਆ। ਉਹ ਸਾਡੇ ਪਹਿਲੇ ਪੰਜਾਬੀ 'ਚ 2 ਦੂਣੀ 4 ਵਾਲਾ ਗੱਲ ਹੈ ਨਾ, ਤਾਂ ਉਹ ਟੇਬਲ ਜਿਹੜੇ ਹੈ ਰਿਸਾਈਟ ਕਰਾਉਣ ਦੇ ਵਾਸਤੇ ਤੁਹਾਨੂੰ ਸੈਪਰੇਟ ਜਗ੍ਹਾ ਚਾਹੀਦੀ ਹੈ ਜਿੱਥੇ ਸੈਗਰੀਗੇਟ ਕਰ ਸਕੋ ਔਰ ਦੂਸਰਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ। ਤਾਂ ਇਸੇ ਕਾਰਨ ਉਹ ਕਹਿੰਦੇ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਦੂਰ ਦੂਰ ਬਿਠਾ ਕੇ ਆਪਣੀ ਸਕਿੱਲ ਤੇ ਕੰਮ ਕਰਨ ਦੇ ਲਈ ਅਸੀਂ ਉਹਨਾਂ ਦੀ ਗਰੁੱਪਿੰਗ ਕਰ ਸਕੀਏ। ਇਸ ਲਈ ਲਾਰਜ ਹਾਲ ਚਾਹੀਦਾ ਹੈ, ਸਪੈਸ਼ਲ ਰੂਮ ਹੋ ਸਕਦਾ ਹੈ, ਜਾਂ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਮੇਨ ਜਿਹੜਾ ਲੈਕਚਰ ਰੂਮ ਹੈ ਉਹਦੇ ਨਾਲ ਦਾ ਕੋਈ ਨੇਬਰਿੰਗ ਰੂਮ ਹੋ ਸਕਦਾ ਜਿੱਥੇ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਸਕੋ। ਸਪੈਸ਼ਲ ਇੱਕ ਹੋਰ ਮੈਥਡ ਇਹਦੇ ਵਿੱਚ ਕਹਿੰਦੇ ਆ ਸਪੈਸ਼ਲ ਸਟੱਡੀ ਰੂਮ ਦੇ ਵਿੱਚ ਸਪੈਸ਼ਲ ਟੀਚਰ ਵੀ ਹੋਣਾ ਚਾਹੀਦਾ ਹੈ ਜਿਹੜਾ ਡੈਫੀਸ਼ੀਐਂਸੀਜ਼ ਤੇ ਕੰਮ ਕਰ ਸਕੇ। ਮੰਨ ਲਓ ਕਿ ਬੱਚਾ ਹੈ, ਅਸੀਂ ਕਹਿੰਦੇ ਹਾਂ ਇਹਦੀ ਰੀਡਿੰਗ ਹੈਬਿਟ ਬਹੁਤ ਮਾੜੀ ਹੈ, ਠੀਕ ਹੈ, ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਇਕਨੋਮਿਕਸ ਵਾਲਾ ਟੀਚਰ ਹੀ ਰੀਡਿੰਗ ਹੈਬਿਟ ਜਿਹੜੀਆਂ ਸਕਿੱਲ ਜਿਹੜੀਆਂ ਨੇ ਉਹਨਾਂ ਨੂੰ ਡਿਵੈਲਪ ਕਰਨ 'ਚ ਹੈਲਪ ਕਰੇਗਾ ਨਾ। ਮੰਨ ਲਓ ਕਿ ਉਹਦੀ ਇੰਗਲਿਸ਼ ਪ੍ਰੋਨਾਂਸੀਏਸ਼ਨ ਅੱਛੀ ਨਹੀਂ ਹੈ, ਉਹਦੀ ਜਿਹੜੀ ਵੋਕੈਬਲਰੀ ਅੱਛੀ ਨਹੀਂ ਹੈ, ਉਹਦੀ ਜਿਹੜਾ ਰੀਡਿੰਗ ਸਕਿੱਲ ਇਸ ਕਾਰਨ ਅੱਛੀ ਨਹੀਂ ਹੈ, ਤਾਂ ਹੁਣ ਉੱਥੇ ਉਹਦੀ ਅਸਿਸਟੈਂਸ ਵਾਸਤੇ ਸਪੈਸ਼ਲ ਇੰਗਲਿਸ਼ ਦਾ ਟੀਚਰ ਵੀ ਆ ਸਕਦਾ ਹੈ। ਹਾਂ, ਇਹ ਹੋ ਸਕਦਾ ਕਿ ਤੁਹਾਨੂੰ ਲੱਗਦਾ ਕਿ ਰੈਗੂਲਰ ਸਾਡੇ ਕੋਲ ਟੀਚਰ ਇੰਨੇ ਨਹੀਂ ਹੈ, ਰਿਸੋਰਸਿਸ ਅਲਾਉ ਨਹੀਂ ਕਰਦੇ ਤਾਂ ਰੈਗੂਲਰ ਟੀਚਰ ਪੜ੍ਹਾਏਗਾ, ਪਰ ਅਦਰਵਾਈਜ਼ ਅਸੀਂ ਸਪੈਸ਼ਲ ਡਿਊਟੀ ਲਗਾ ਸਕਦੇ ਹਾਂ ਔਰ ਸਪੈਸ਼ਲ ਟੀਚਰ ਆ ਕੇ ਉਹਨਾਂ ਦੀ ਰੀਡਿੰਗ ਹੈਬਿਟ ਨੂੰ ਅੱਛਾ ਕਰੇਗਾ। ਮੰਨ ਲਓ ਬੱਚੇ ਹੈ, ਇਕਨੋਮਿਕਸ ਦੇ ਬੱਚੇ ਹੈ ਔਰ ਮੈਥਮੈਟਿਕਸ ਤੇ ਸਟੈਟਿਸਟਿਕਸ ਵਾਲਾ ਜਿਹੜਾ ਪਾਰਟ ਹੈ ਉਹਦੇ 'ਚ ਬਹੁਤ ਪੂਅਰ ਪਰਫਾਰਮੈਂਸ ਦਿੰਦੇ ਆ। ਹੁਣ ਸਾਨੂੰ ਪਤਾ ਹੈ ਉਹਨਾਂ ਦੀ ਅਰਥਮੈਟਿਕਸ ਵੀਕ ਹੈ, ਉਹਨਾਂ ਦੀ ਰੀਡਿੰਗ, ਉਹਨਾਂ ਦੀ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਜਾਂ ਉਹਨਾਂ ਦੇ ਟੇਬਲ ਮਾੜੇ ਨੇ, ਤਾਂ ਫਿਰ ਇੱਕ ਤਾਂ ਇਹ ਹੈ ਕਿ ਜਿਹੜਾ ਇਕਨੋਮਿਕਸ ਵਾਲਾ ਟੀਚਰ ਹੈ ਉਹੀ ਦੁਬਾਰਾ ਸਿਖਾਏ, ਹੋ ਸਕਦਾ ਉਹ ਉਹਨੇ ਬੈਟਰ ਵੇ ਨਾਲ ਨਾ ਸਿਖਾਵੇ ਜਿੰਨੇ ਨਾਲ ਮੈਥਮੈਟਿਕਸ ਵਾਲਾ ਉਹਨਾਂ ਦੀ ਹੈਲਪ ਕਰ ਸਕਦਾ ਹੈ। ਤਾਂ ਇੱਥੇ ਅਸੀਂ ਸਪੈਸ਼ਲ ਸਟੱਡੀ ਹਾਲ ਦੇ ਵਿੱਚ
ਜਦੋਂ ਲੈਕਚਰ ਲਵਾਂਗੇ, ਜਦੋਂ ਉਹਨਾਂ ਦੀ ਸਕਿੱਲ ਟ੍ਰੇਨਿੰਗ ਕਰਾਉਣ ਦੀ ਗੱਲ ਆਏਗੀ ਤਾਂ ਅਸੀਂ ਮੈਥਮੈਟਿਕਸ ਵਾਲੇ ਟੀਚਰ ਦੀ ਅਸਿਸਟੈਂਸ ਵੀ ਲਵਾਂਗੇ ਕਿ ਇਹਨਾਂ ਦੀਆਂ ਇਹ ਅਰਥਮੈਟਿਕ ਸਕਿੱਲ ਜਿਹੜੀਆਂ ਨੇ, ਰੀਡਿੰਗ ਜਿਹੜੀ ਕੈਲਕੂਲੇਟਿਵ ਸਕਿੱਲਸ ਨੇ, ਇਹਨਾਂ ਨੂੰ ਕਿਵੇਂ ਰਿਫਾਈਨ ਕਰ ਸਕਦੇ ਆ। ਤਾਂ ਉਹਦੇ ਕੋਲ ਹੋ ਸਕਦਾ ਜ਼ਿਆਦਾ ਮਾਸਟਰੀ ਹੋਵੇ ਕਿ ਇਹਨਾਂ ਨੂੰ ਐਡੀਸ਼ਨ ਕਿਵੇਂ ਬੈਟਰ ਸਿਖਾਈ ਜਾ ਸਕਦੀ ਹੈ, ਮਲਟੀਪਲੀਕੇਸ਼ਨ ਦੇ ਸ਼ਾਰਟਕਟਸ ਕਿਵੇਂ ਦੱਸੇ ਜਾ ਸਕਦੇ ਆ, ਡਿਵੀਜ਼ਨ ਦੇ ਸ਼ਾਰਟਕਟਸ ਕੀ ਹੋ ਸਕਦੇ ਆ। ਤਾਂ ਉਹ ਇੱਕ ਮੈਥਡ ਹੈ ਜਿਹਦੇ ਵਿੱਚ ਅਸੀਂ ਇਹਦੇ ਵਿੱਚ ਕੰਮ ਕਰ ਸਕਦੇ ਹਾਂ। ਫਿਰ ਅਸੀਂ ਗੱਲ ਕਰਦੇ ਹਾਂ ਇਹਦੇ 'ਚ ਕਿ ਜਨਰਲ ਪਲਾਨ ਹੈ। ਜਨਰਲ ਪਲਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਰਿਆਂ ਨੂੰ ਕਾਨਫਰੰਸ ਹਾਲ 'ਚ ਲੈ ਲਓ। ਇਹਦੇ ਵਿੱਚ 4 ਮੇਜਰ ਟਾਈਪਸ ਨੇ। ਪਹਿਲੀ ਟਾਈਪ ਦੇ ਵਿੱਚ ਉਹ ਕਹਿੰਦੇ ਕਾਨਫਰੰਸ ਹਾਲ ਲੈ ਲਓ। ਸਪੈਸ਼ਲ ਕਾਨਫਰੰਸ ਹਾਲ ਦੇ ਵਿੱਚ ਅਸੀਂ ਸਟੂਡੈਂਟਸ ਜਿਹੜੇ ਨੇ, ਬੈਕਵਰਡ ਸਟੂਡੈਂਟਸ ਨੂੰ ਕਾਨਫਰੰਸ ਹਾਲ 'ਚ ਲੈ ਲੈਂਦੇ ਹਾਂ। ਇੱਕ ਐਕਸਟਰਾ ਪੀਰੀਅਡ ਹੁੰਦਾ ਜਿਹਦੇ 'ਚ ਅਸੀਂ ਉਹਨਾਂ ਨੂੰ ਸਪੈਸ਼ਲ ਹੈਲਪ ਜਿਹੜੀ ਹੈ ਪ੍ਰੋਵਾਈਡ ਕਰਨੀ ਹੈ। ਔਰ ਉਹ ਸਪੈਸ਼ਲ ਹੈਲਪ ਜਿਹੜੀ ਹੈ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਟੂਡੈਂਟ, ਅਸੀਂ ਤਾਂ ਇੱਕ ਤਾਂ ਓਪਨ ਕਾਲ ਦੇ ਦਿੰਦੇ ਹਾਂ ਵੀ ਜਿੰਨੇ ਵੀ ਉਹ ਸਾਡਾ ਐਕਸਟਰਾ ਪੀਰੀਅਡ ਲਗਾਉਣਾ ਲਗਾ ਲਓ। ਆਮ ਤੌਰ ਤੇ ਤੁਹਾਡੇ ਸਕੂਲ ਦੇ ਟਾਈਮ ਤੇ ਹੁੰਦਾ ਸੀ ਕਿ ਜਦੋਂ ਪੇਪਰ ਆਉਂਦੇ ਸੀ ਉਦੋਂ ਪਹਿਲਾਂ ਇੱਕ 0 ਪੀਰੀਅਡ। ਹਾਂ, 0 ਪੀਰੀਅਡ ਕੌਣ ਲਾਉਂਦਾ ਸੀ? ਸਾਰਿਆਂ ਨੂੰ ਅਲਾਉ ਕਰ ਦਿੰਦੇ ਸੀ? ਓਪਨ ਕਾਲ ਹੁੰਦੀ ਸੀ ਕਿ ਕੀ ਕਹਿੰਦੇ ਸੀ ਵੀ ਜਿਹਦਾ ਟੈਸਟ 'ਚੋਂ ਨੰਬਰ ਘੱਟ ਆਏ ਉਹ ਆਇਓ? जो जिन सब्जेक्ट्स में वीक है उसके लिए लगाते थे। ਹਾਂ, ਬਸ ਉਹੀ ਇਹ ਸੁਪਰਵਾਈਜ਼ਡ ਸਟੱਡੀ ਹੈ ਜਿਹੜਾ ਉਹ 0 ਪੀਰੀਅਡ ਲੱਗਦਾ ਹੈ। ਤਾਂ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਵਲੰਟਰਲੀ ਕਾਲ ਕਰ ਦਿੰਦੇ ਹਾਂ, ਜਿੰਨੇ ਆਉਣਾ ਆ ਜਾਓ। ਪਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹਨੂੰ ਜ਼ਰੂਰਤ ਹੈ ਉਹ ਆ ਜਾਓ, ਜਾਂ ਅਸੀਂ ਕਹਿੰਦੇ ਹਾਂ ਉਹੀ ਆਵੇ ਜਿਹੜਾ ਪਿਛਲੇ ਟੈਸਟ ਦੇ ਵਿੱਚ ਜਿਹਦੇ ਅੱਛੇ ਨੰਬਰ ਨਹੀਂ ਆਏ ਸੀਗੇ। ਤਾਂ ਚੁਆਇਸ ਹੋਏਗੀ ਬੱਚਿਆਂ ਦੀ। ਅਸੀਂ ਇਹਦੇ ਵਿੱਚ ਜਨਰਲ ਪਲਾਨ ਦੀ ਗੱਲ ਕਰਦੇ ਹਾਂ। ਫਿਰ ਅਸੀਂ ਕਹਿੰਦੇ ਹਾਂ ਜਨਰਲ ਹਾਲ ਦੀ ਥਾਂ ਤੇ ਜਨਰਲ ਪਲਾਨ ਲੈ ਕੇ ਆਉਂਦੇ ਹਾਂ। ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਏਮ ਪਹਿਲਾਂ ਦੱਸ ਦਿੰਦੇ ਹਾਂ ਵੀ ਇਹ ਪੀਰੀਅਡ ਕਿਉਂ ਲਗਾਇਆ ਜਾ ਰਿਹਾ। ਮੰਨ ਲਓ ਕਿ ਅਸੀਂ ਕਹੀਏ ਕਿ ਇਹ ਮੈਰਿਟ 'ਚ ਬੱਚਿਆਂ ਨੂੰ ਪੁਸ਼ ਕਰਨ ਦੇ ਲਈ ਅਸੀਂ ਇਹ ਪੀਰੀਅਡ ਲਗਾ ਰਹੇ ਹਾਂ 0 ਪੀਰੀਅਡ। ਅਸੀਂ ਕਹਾਂਗੇ ਜਿਹੜੇ ਬੱਚੇ ਬਹੁਤ ਅੱਛਾ ਕਰ ਰਹੇ ਆ ਉਹ ਆਇਓ, ਉਹਨਾਂ ਨੂੰ ਸਪੈਸ਼ਲ ਹੋਰ ਐਕਸਟਰਾ ਕੰਟੈਂਟ ਦੇਵਾਂਗੇ, ਐਕਸਟਰਾ ਮੈਥਡ ਦੇਵਾਂਗੇ, ਐਕਸਟਰਾ ਇਨਪੁਟਸ ਦੇਵਾਂਗੇ ਤਾਂ ਕਿ ਤੁਸੀਂ ਬੈਟਰ ਕਰ ਸਕੋ। ਤਾਂ ਇਹਦੇ ਵਿੱਚ ਇੱਕ ਟੀਚਰ ਵੀ ਸਪੈਸ਼ਲ ਹੋ ਸਕਦਾ ਹੈ। ਇਹਦੇ ਵਿੱਚ ਰੈਗੂਲਰ ਸਕੂਲ ਆਵਰ ਦੇ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ ਜਾਂ ਉਸ ਤੋਂ ਬਾਅਦ ਵੀ ਪੜ੍ਹਾਇਆ ਜਾ ਸਕਦਾ ਹੈ। ਔਰ ਅਸੀਂ ਕਹਿੰਦੇ ਹਾਂ ਸਪੈਸ਼ਲ ਟੀਚਰ ਜਦੋਂ ਹੈ ਉਹ ਪਾਰਟਿਕੂਲਰ ਟਾਸਕ ਲੈ ਕੇ ਬੈਠੇਗਾ। ਜਾਂ ਤਾਂ ਉਹ ਗਿਫਟਡ ਬੱਚੇ ਜਿਹੜੇ ਹੈ ਜਾਂ ਜਿਹੜੇ ਬ੍ਰਿਲੀਅੰਟ ਬੱਚੇ ਆ ਉਹਨਾਂ ਨੂੰ ਮੈਰਿਟ ਵਾਸਤੇ ਕੁਝ ਕੰਟੈਂਟ ਦੇਣਾ ਚਾਹੁੰਦਾ, ਜਾਂ ਜਿਹੜੇ ਬਿਲਕੁਲ ਹੀ ਪੂਅਰ ਫੇਲ ਹੋ ਗਏ ਉਹਨਾਂ ਨੂੰ ਪਾਸ ਕਰਨ ਲਈ ਹੈਲਪ ਕਰਨਾ ਚਾਹੁੰਦਾ। ਤਾਂ ਇਹਦਾ ਮਤਲਬ ਹੈ ਰੈਗੂਲਰ ਟੀਚਰ ਵੀ ਕਰ ਸਕਦਾ ਹੈ ਜਾਂ ਕੋਈ ਸਪੈਸ਼ਲ ਟੀਚਰ ਅਪਾਇੰਟ ਕਰ ਸਕਦੇ ਆ। ਪਰ ਇਹ 0 ਪੀਰੀਅਡ ਵੀ ਹੋ ਸਕਦਾ ਹੈ, ਆਫਟਰ ਦਾ ਬ੍ਰੇਕ ਵੀ ਹੋ ਸਕਦਾ ਹੈ, ਜਾਂ ਲੰਚ ਬ੍ਰੇਕ ਵੀ ਇਹਦੇ ਵਿੱਚ ਸਪੈਸ਼ਲ ਪੀਰੀਅਡ ਅਸੀਂ ਅਸਾਈਨ ਕੀਤੇ ਜਾ ਸਕਦੇ ਆ। ਫਿਰ ਅਸੀਂ ਸਪੈਸ਼ਲ ਟੀਚਰ ਪਲਾਨ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਕੀ ਹੈ ਕਿ ਹੁਣੇ ਮੈਂ ਗੱਲ ਕਰ ਰਿਹਾ ਸੀਗਾ ਕਿ ਇਸ ਸਕਿੱਲ ਦੇ ਅਕੋਰਡਿੰਗ ਅਸੀਂ ਡਿਸਾਈਡ ਕਰਾਂਗੇ ਕਿ ਕਿਹੜੇ ਟੀਚਰ ਦੀ ਜ਼ਰੂਰਤ ਹੈ। ਮੰਨ ਲਓ ਕਿ ਲੈਂਗੁਏਜ ਅੱਛੀਆਂ ਨਹੀਂ ਹੈ, ਲੈਂਗੁਏਜ ਸਕਿੱਲ ਅੱਛੀਆਂ ਨਹੀਂ ਹੈ, ਕਮਿਊਨੀਕੇਸ਼ਨ ਸਕਿੱਲ ਅੱਛੀਆਂ ਨਹੀਂ ਹੈ, ਪ੍ਰੋਨਾਂਸੀਏਸ਼ਨ ਅੱਛੀ ਨਹੀਂ ਹੈ, ਤਾਂ ਅਸੀਂ ਉਹਨੂੰ ਲੈਂਗੁਏਜ ਟੀਚਰ ਦੇ ਨਾਲ ਸਪੈਸ਼ਲ ਟੀਚਰ ਜੋੜ ਲਵਾਂਗੇ ਇਕਨੋਮਿਕਸ 'ਚ। ਜੇ ਉਸ ਦਾ ਅਰਥਮੈਟਿਕਸ ਅੱਛਾ ਨਹੀਂ ਹੈ ਤਾਂ ਅਸੀਂ ਮੈਥਮੈਟਿਕਸ ਦੇ ਟੀਚਰ ਨੂੰ ਨਾਲ ਲੈ ਲਵਾਂਗੇ। ਔਰ ਇਸ ਤਰ੍ਹਾਂ ਨਾਲ ਜੇ ਅਸੀਂ ਕਹੀਏ ਗ੍ਰਾਫ ਬਣਾਉਣੇ ਨਹੀਂ ਆਉਂਦੇ ਤਾਂ ਅਸੀਂ ਡਰਾਇੰਗ ਦਾ ਟੀਚਰ ਨਾਲ ਲੈ ਲਵਾਂਗੇ। ਤਾਂ ਸਪੈਸ਼ਲ ਟੀਚਰ ਅਪਾਇੰਟ ਕਰਕੇ ਵੀ ਅਸੀਂ ਇਸ ਤਰ੍ਹਾਂ ਦੀ ਸਕਿੱਲ ਟ੍ਰੇਨਿੰਗ ਕਰਵਾ ਸਕਦੇ ਹਾਂ। ਅਗਲੀ ਜਿਹੜੀ ਗੱਲ ਹੈ ਸਟੱਡੀ ਹਾਲ ਪਲਾਨ ਦੀ ਗੱਲ ਕਰਦੇ ਹਾਂ। ਤਾਂ ਇਹਦੇ ਵਿੱਚ ਕੀ ਹੈ ਕਿ ਇੱਕ ਰੂਮ ਸਪੈਸ਼ਲ ਬਣਾਇਆ ਜਾਏਗਾ। ਇਹ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਜਿਹਦੇ ਚ ਕਿਹਾ ਸੀ ਕਿ ਮੇਨ ਹਾਲ ਦੇ ਨਾਲ ਅਟੈਚਡ ਰੂਮ ਹੋਏਗਾ। ਇਹਦੇ ਵਿੱਚ ਹੈ ਕਿ ਪੂਰੇ ਸਕੂਲ ਲਈ ਇੱਕ ਸਪੈਸ਼ਲ ਰੂਮ ਹੋਏਗਾ ਜਿਹਦੇ ਵਿੱਚ ਸਟੂਡੈਂਟ ਜਿਹੜੇ ਹੈਗੇ ਆ ਉਹ ਸਿਰਫ ਉਹੀ ਟੀਚਰ ਜਿਹੜੇ ਡਿਫਿਕਲਟੀ ਸਟੂਡੈਂਟ ਫੇਸ ਕਰਦੇ ਆ ਉਹਨਾਂ ਨੂੰ ਹੀ ਕਾਲ ਕਰੇਗਾ ਔਰ ਉਹਨਾਂ ਨੂੰ ਹੀ ਸਪੈਸ਼ਲ ਟ੍ਰੇਨਿੰਗ ਦੇਗਾ। ਫਿਰ ਉਹ ਕਹਿੰਦੇ ਆ ਕਿ ਇਹਦੇ ਵਿੱਚ ਲਾਸਟ ਜਿਹੜੀ ਟੈਕਨੀਕ ਆਉਂਦੀ ਹੈ ਡਿਵਾਈਡ ਪੀਰੀਅਡ ਪਲਾਨ। ਡਿਵਾਈਡ ਪੀਰੀਅਡ ਪਲਾਨ ਵੀ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਇਹ ਹੁੰਦਾ ਕਿ ਤੁਸੀਂ ਵੀਕਲੀ ਪੀਰੀਅਡ ਦੇ ਵਿੱਚ 4 ਦਿਨ ਨਾਰਮਲ ਮੈਥਡ ਨਾਲ ਪੜ੍ਹਾਓ ਤੇ 2 ਦਿਨ ਤੁਸੀਂ ਸੁਪਰਵਾਈਜ਼ਡ ਸਟੱਡੀ ਨਾਲ ਉਹ ਜਿਹੜਾ ਪਹਿਲਾਂ ਪੜ੍ਹਾਇਆ ਉਹਨਾਂ 'ਚ ਜੇ ਕਿਸੇ ਦੀ ਡੈਫੀਸ਼ੀਐਂਸੀ ਹੈ ਉਹਦੀ ਹੈਲਪ ਦਿਓ ਬੱਚਿਆਂ ਨੂੰ ਕਿ ਤੁਹਾਨੂੰ ਕੀ ਸਮਝ ਨਹੀਂ ਆਇਆ ਜਿਹੜੇ ਆਪਾਂ 4 ਦਿਨ ਪੜ੍ਹਿਆ। ਇੱਕ ਤਾਂ ਇਹ ਹੈ ਡਿਵਾਈਡ ਕਰ ਲਿਆ ਪੀਰੀਅਡ। ਦੂਸਰਾ ਇਹ ਹੁੰਦਾ ਕਿ ਜਾਂ ਤੁਸੀਂ ਤੁਹਾਡਾ 1 ਘੰਟੇ ਦਾ ਪੀਰੀਅਡ ਹੈ, ਪਹਿਲੇ 40 ਮਿੰਟ ਤੁਸੀਂ ਨਾਰਮਲ ਟੀਚਿੰਗ ਕਰੋ ਔਰ ਉਸ ਤੋਂ ਬਾਅਦ ਤੁਸੀਂ ਕਹੋ ਵੀ ਜਿਹੜਾ ਅੱਜ ਪੜ੍ਹਾਇਆ ਜਿਹਨੂੰ ਸਮਝ ਨਹੀਂ ਆਇਆ ਉਹ ਆਪਣੀਆਂ ਪ੍ਰੋਬਲਮ ਲੈ ਕੇ ਆਓ। ਤਾਂ ਇਸ ਤਰ੍ਹਾਂ ਨਾਲ ਵੀ ਪੀਰੀਅਡ ਜਿਹੜਾ ਹੈ ਇਹ ਹੋ ਸਕਦਾ ਔਰ ਇਹਦੇ ਵਿੱਚ ਐਂਪਲ ਓਪਰਚੁਨਿਟੀ ਫਾਰ ਡਰਿਲ ਦੇਣੀ ਹੈ ਤਾਂ ਕਿ ਬੱਚਾ ਜਿਹੜਾ ਹੈ ਉਸ ਨੂੰ ਸਮਝ ਪਾਵੇ। ਫਿਰ ਅਸੀਂ ਡਬਲ ਪੀਰੀਅਡ ਪਲਾਨ ਦੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਰੋਜ਼ ਹੀ 2 ਪੀਰੀਅਡ ਦਿਓ। ਇੱਕ ਪੀਰੀਅਡ ਦੇ ਵਿੱਚ ਅਸੀਂ ਜਨਰਲ ਕੰਟੈਂਟ ਦੇ ਮੈਥਡ ਨਾਲ ਪੜ੍ਹਾਵਾਂਗੇ ਤੇ ਇੱਕ ਪੀਰੀਅਡ ਸਾਡਾ ਰੋਜ਼ਾਨਾ ਰੈਮਡੀਅਲ ਟੀਚਿੰਗ ਦਾ ਹੋਏਗਾ। ਇਸ ਤਰ੍ਹਾਂ ਵੀ ਸੁਪਰਵਾਈਜ਼ਡ ਟੈਕਨੀਕਸ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ। ਡਬਲ ਪੀਰੀਅਡ ਪਲਾਨ ਨੂੰ ਅੱਗੇ ਐਕਸਪਲੇਨ ਕੀਤਾ ਹੈ ਕਿ 2 ਰੈਗੂਲਰ ਪੀਰੀਅਡ ਰੋਜ਼ ਦਿੱਤੇ ਜਾਣ। ਹਾਲਾਂਕਿ ਟਾਈਮ ਟੇਬਲ 'ਚ ਇੰਨਾ ਪੋਸੀਬਲ ਨਹੀਂ ਹੁੰਦਾ ਪਰ ਜਿੱਥੇ ਇਸ ਤਰ੍ਹਾਂ ਦੀ ਬਹੁਤ ਵੱਡੀ ਸਵੀਅਰ ਪ੍ਰੋਬਲਮ ਆਵੇ ਕਿ ਬੱਚੇ ਬਹੁਤ ਅੱਛਾ ਪਰਫਾਰਮ ਨਹੀਂ ਕਰ ਰਹੇ ਤਾਂ ਉੱਥੇ ਸਾਨੂੰ ਇਹ ਦੇਣੇ ਪੈਂਦੇ ਆ। ਫਿਰ ਅਸੀਂ ਕਿਹਾ ਫਿਕਸਡ ਪੀਰੀਅਡ ਪਲਾਨ ਜਿਹੜਾ ਹੈ ਇਹਨੂੰ ਡਿਕਲੇਅਰ ਪਲਾਨ ਆਖਦੇ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਰੋਜ਼ਾਨਾ ਵੀਕਲੀ 1 ਪੀਰੀਅਡ ਸੈੱਟ ਹੀ ਕਰ ਦਿਓ। 1 ਪੀਰੀਅਡ ਐਕਸਟਰਾ ਐਡਡ ਪੀਰੀਅਡ ਹੈ ਟਾਈਮ ਟੇਬਲ 'ਚ 1 ਆਵਰ ਵੀਕਲੀ
ਕਿ ਉਹਦੇ ਵਿੱਚ ਰੋਜ਼ ਰੋਜ਼ਾਨਾ ਰੈਮਡੀਅਲ ਟੀਚਿੰਗ ਦੇਣੀ ਹੋਏਗੀ ਔਰ ਉਹਦੇ ਵਿੱਚ ਬੱਚਾ ਭਾਵੇਂ ਅਰਥਮੈਟਿਕ ਦੀ ਜਿਹੜੀ ਹੈ ਟ੍ਰੇਨਿੰਗ ਲੈਣਾ ਚਾਹੁੰਦਾ, ਕਨਸੈਪਟ ਦੀ ਟ੍ਰੇਨਿੰਗ ਲੈਣਾ ਚਾਹੁੰਦਾ, ਟਰਮਸ ਨੂੰ ਬੈਟਰ ਸਮਝਣਾ ਚਾਹੁੰਦਾ, ਗ੍ਰਾਫਿਕਸ ਸਿੱਖਣਾ ਚਾਹੁੰਦਾ ਜਾਂ ਉਹ ਕਮਿਊਨੀਕੇਸ਼ਨ ਸਿੱਖਣਾ ਚਾਹੁੰਦਾ, ਉਹ ਉੱਥੇ ਆ ਕੇ ਆਪਣੀ ਟ੍ਰੇਨਿੰਗ ਲੈ ਸਕਦਾ। ਤਾਂ ਅੱਜ ਸਾਡਾ ਇੰਨਾ ਹੀ। ਬਾਕੀ ਕੁਝ ਸਮਝ ਆਇਆ ਕਿ ਨਹੀਂ ਆਇਆ ਪਹਿਲਾਂ ਮੈਨੂੰ ਇਹ ਦੱਸੋ। ਯੈਸ ਤਾਂ ਇਸ ਤਰ੍ਹਾਂ ਦੀ ਟੈਕਨੀਕ ਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਹੈ ਰੈਮਡੀਅਲ ਹੈਲਪ ਦਿੰਨੇ ਆ ਔਰ ਇਹ ਟੈਕਨੀਕਸ ਜਿਹੜੀਆਂ ਮੈਥਡ ਨਾਲੋਂ ਇਸੇ ਕਾਰਨ ਡਿਫਰ ਕਰਦੀਆਂ ਨੇ ਕਿ ਮੈਥਡ ਮੇਜਰ ਕੰਟੈਂਟ ਪੜਾਉਣ ਦਾ ਜਨਰਲ ਵੇ ਹੈ, ਟੈਕਨੀਕਸ ਜਿਹੜੀ ਹੈ ਸਪੈਸ਼ਲ ਅਸਿਸਟੈਂਸ ਹੈ ਜਿਹਨੂੰ ਅਸੀਂ ਕਹਿੰਦੇ ਆ ਪਰਸਨਲ ਕੋਚਿੰਗ, ਜਿਹਦੇ ਵਿੱਚ ਅਸੀਂ ਰੈਮਡੀਅਲ ਟ੍ਰੇਨਿੰਗ ਕਰਦੇ ਹਾਂ ਔਰ ਉਹਨਾਂ ਦੀਆਂ ਜਿੱਥੇ ਜਿੱਥੇ ਕਮੀਆਂ ਹੁੰਦੀਆਂ ਨੇ, ਜਿੱਥੇ ਜਿੱਥੇ ਉਹ ਵੀਕ ਫਾਲ ਕਰਦੇ ਆ ਆਪਣੇ ਆਪ ਨੂੰ, ਅਸੀਂ ਉਹਨਾਂ ਨੂੰ ਬੈਟਰ ਹੋਣ ਦੇ ਲਈ ਅਸੀਂ ਪਰਸਨਲ ਅਸਿਸਟੈਂਸ ਦਿੰਦੇ ਆ। ਔਰ ਇਹ ਅਸਿਸਟੈਂਸ ਦੇਣ ਦੀਆਂ ਬੜੀਆਂ ਸਾਰੀਆਂ ਵੇਜ਼ ਨੇ ਜਿਨ੍ਹਾਂ ਵਿੱਚੋਂ ਸੁਪਰਵਾਈਜ਼ਰ ਟੈਕਨੀਕ ਇੱਕ ਹੈ, ਜਿਹਦੇ ਕੁਝ ਆਈਡੀਆਜ਼ ਆਪਾਂ ਅੱਜ ਹੀ ਡਿਸਕਸ ਕੀਤੇ ਆ, ਕੁਝ ਆਉਣ ਵਾਲੇ ਦਿਨਾਂ 'ਚ ਕਰਾਂਗੇ। ਹੁਣ ਮੈਨੂੰ